ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ऑफिशियल। सत श्री अकाल साਰਿਆਂ ਨੂੰ ਨਮਸਤੇ ਆਦਾਬ। ਸੋ ਅੱਜ ਆਪਾਂ ਕਰਨ ਜਾ ਰਹੇ ਹਾਂ ਇੰਡਸਟਰੀਅਲ ਪ੍ਰਮੋਸ਼ਨ ਡਿਵੈਲਪਮੈਂਟ ਐਂਡ ਟੈਕਸੇਸ਼ਨ ਜੋ ਐਕਸਾਈਜ਼ ਇੰਸਪੈਕਟਰ ਹੈ ਜਾਂ ਇਹਦੇ ਵਿੱਚ ਹੋਰ ਪੋਸਟਾਂ ਜਿਹੜੀਆਂ ਹੈਗੀਆਂ ਇੰਡਸਟਰੀਅਲ ਡਿਵੈਲਪਮੈਂਟ ਆਫਿਸਰ ਹੈ ਜਾਂ ਬਲਾਕ ਲੈਵਲ ਹੈ, ਤਾਂ ਜੋ ਵੀ ਉਹਦਾ ਨਿਊ ਸਿਲੇਬਸ ਐਡ ਹੋਇਆ ਉਹਦੇ ਵਿੱਚ ਵੱਡਿਆਂ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਐਂਡ ਆਪਾਂ ਇਹ ਜਿਹੜਾ ਥਰੈਟੀਕਲ ਪੋਰਸ਼ਨ ਇਹਦਾ ਕਵਰ ਕਰ ਚੁੱਕੇ हैं। ਹੁਣ ਸੀਰੀਜ਼ ਜਿਹੜੀ ਰਹਿੰਦੀ ਆ ਉਹ MCQ ਸੀਰੀਜ਼ ਹੈ। MCQ ਸੀਰੀਜ਼ ਤੁਹਾਡੀ YouTube ਤੇ ਵੀ ਮਿਲੂਗੀ, ਐਪਲੀਕੇਸ਼ਨ ਦੇ ਵਿੱਚ ਵੀ ਮਿਲੂਗੀ, ਰਾਈਟ। ਹੁਣ ਕੁਝ ਚੀਜ਼ਾਂ ਮੈਂ ਦੱਸਣੀਆਂ ਜਾ ਰਿਹਾ। ਪਹਿਲੀ ਗੱਲ ਤਾਂ ਇਹ ਡੇ ਪਹਿਲਾ ਗਾ MCQ ਸੀਰੀਜ਼ ਦਾ। ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਤਾਂ ਘਰੇਲੂ ਸਮੱਸਿਆ ਸੀ ਕਿ ਕੁਝ ਫੈਮਿਲੀ ਪ੍ਰੋਬਲਮ ਕਰਕੇ ਮੈਂ ਜਿਹੜੀਆਂ ਵੀਡੀਓਜ਼ ਪਾ ਨਹੀਂ ਸਕਿਆ, ਰਾਈਟ। ਐਂਡ 5 ਤਰੀਕ ਨੂੰ ਹੁਣ ਹੈਗਾ ਪਟਵਾਰੀ ਦਾ ਪੇਪਰ। ਮੈਨੂੰ ਬਹੁਤ ਟਾਈਮ ਤੋਂ ਪਹਿਲਾਂ ਤੋਂ ਕਹਿ ਰਹੇ ਆ ਕਿ ਸਰ MCQ ਸੀਰੀਜ਼ ਸਟਾਰਟ ਕਰ ਦਿਓ ਐਕਸਾਈਜ਼ ਇੰਸਪੈਕਟਰ ਤੇ, ਤਾਂ ਕਰਕੇ ਮੈਨੂੰ ਸਟਾਰਟ ਕਰਨੀ ਪੈ ਰਹੀ ਹੈ। ਹਾਲਾਂਕਿ ਮੈਂ ਹਜੇ ਵੀ ਚਾਹੁੰਦਾ ਸੀ ਕਿ 4-5 ਦਿਨ ਰੁਕ ਜਾਈਏ, ਘੱਟੋ ਘੱਟ ਪਟਵਾਰੀ ਮੇਨਸ ਦਾ ਪੇਪਰ ਲੰਘ ਜੇ, ਉਸ ਤੋਂ ਬਾਅਦ ਆਪਾਂ ਪੂਰੇ ਫੁੱਲੀ ਡੈਡੀਕੇਟਡ ਹੋ ਜਾਾਂਗੇ, ਕਿਉਂਕਿ ਆਪਣੀ ਅਕੈਡਮੀ ਦੇ ਹੀ ਬਹੁਤ ਸਾਰੇ ਸਟੂਡੈਂਟ ਆ ਜਿਨ੍ਹਾਂ ਦਾ ਪਟਵਾਰੀ ਮੇਨਸ ਦਾ ਪੇਪਰ ਹੈਗਾ, ਤੇ ਬਾਕੀ ਆਸ-ਪਾਸ ਵੀ ਬਹੁਤ ਸਾਰੇ ਸਟੂਡੈਂਟ ਹੋਣਗੇ, ਰਾਈਟ। ਤਾਂ ਮੈਨੂੰ ਆਇਆ ਵੀ ਪਟਵਾਰੀ ਮੇਨਸ ਪੇਪਰ ਹੋ ਜੇ, ਉਸ ਤੋਂ ਬਾਅਦ ਆਪਾਂ ਇਹਨਾਂ ਚੀਜ਼ਾਂ ਤੇ ਆਈਏ। ਪਰ ਉਹੀ ਗੱਲ ਆ ਵੀ ਚਲੋ ਠੀਕ ਆ ਵੀ ਆਪਾਂ ਕੇਰਾ ਛੋਟੇ ਸੈਸ਼ਨ ਸਟਾਰਟ ਕਰੀਏ। 5 ਤਰੀਕ ਤੋਂ ਬਾਅਦ ਫਿਰ ਮੈਗਾ ਸੈਸ਼ਨ ਕਰ ਦਾਂਗੇ, ਜਿਵੇਂ ਆਪਾਂ ਆਮ ਤੌਰ ਤੇ ਪਟਵਾਰੀ ਵਾਸਤੇ ਮੈਂ ਬਹੁਤ ਸਾਰੇ ਸੈਸ਼ਨ ਲਗਾਏ ਆ। ਪਰ ਉਹੀ ਗੱਲ ਆ ਵੀ ਆਹ ਜਿਹੜਾ ਪੋਰਸ਼ਨ ਹੈ ਇਹਦੀ ਥਿਓਰੈਟੀਕਲ ਪੋਰਸ਼ਨ ਨੂੰ ਪੜ੍ਹਨਾ ਬਹੁਤ ਜ਼ਰੂਰੀ ਆ। ਥਿਓਰੈਟੀਕਲ ਪੋਰਸ਼ਨ ਪੜ੍ਹ ਲਿਆ ਤਾਂ ਐਂ ਕਹਿ ਲਓ ਵੀ 50% ਤੋਂ 60% ਤੁਸੀਂ ਐਂ ਕਹਿ ਲਓ ਵੀ ਆਪਣਾ ਇੰਨਾ ਕੁ ਬੇਸ ਤਿਆਰ ਕਰ ਲਓਗੇ, ਕੁਐਸਚਨ ਨੂੰ ਦੇਖ ਕੇ ਆਨਸਰ ਲਾ ਸਕਦੇ ਹੋ। ਜਿਵੇਂ ਹੁਣ ਅੱਜ ਮੈਂ ਕੁਐਸਚਨ ਕਰਾਊਂਗਾ, ਜਿਨ੍ਹਾਂ ਨੇ ਬਿਲਕੁਲ ਨਹੀਂ ਪੜ੍ਹ ਰੱਖਿਆ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਲੱਗੂਗਾ ਵੀ ਯਾਰ ਇਹ ਕਿਵੇਂ ਕਰਾਂਗੇ। ਪਰ ਜੇਕਰ ਥਿਓਰੈਟੀਕਲ ਪੋਰਸ਼ਨ ਮਾੜਾ ਮੋਟਾ ਪੜ੍ਹਿਆ ਹੋਊਗਾ ਤਾਂ ਫਿਰ ਵੀ ਤੁਸੀਂ ਆਨਸਰ ਲਾਉਣ ਦੇ ਵਿੱਚ ਥੋੜਾ ਜਿਹਾ ਕੈਪੇਬਲ ਹੋਵੋਗੇ, ਰਾਈਟ। ਸੋ ਕੋਸ਼ਿਸ਼ ਕਰੋ ਕਿ ਇਹਦੀ ਥਿਓਰੈਟੀਕਲ ਪੋਰਸ਼ਨ ਜਿੱਥੋਂ ਵੀ ਤੁਸੀਂ ਮਰਜ਼ੀ ਤਿਆਰੀ ਕਰ ਲਓ, ਚਾਹੇ ਆਪਣੀ ਅਕੈਡਮੀ ਤੋਂ ਕਰ ਰਹੇ ਹੋ ਚਾਹੇ ਕਿਸੇ ਵੀ ਅਕੈਡਮੀ ਤੋਂ ਕਰ ਰਹੇ ਹੋ, ਬਟ ਥਿਓਰੈਟੀਕਲ ਪੋਰਸ਼ਨ ਪੜ੍ਹਨਾ ਬਹੁਤ ਜ਼ਰੂਰੀ ਹੈ। ਤੇ ਜਿਹੜੇ ਚੈਨਲ ਤੇ ਨਵੇਂ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦਬਦਿਆ ਕਰੋ ਬੈਲ ਆਈਕਨ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨੋਟੀਫਿਕੇਸ਼ਨਸ ਮਿਲ ਸਕਣ। ਤਾਂ ਹੁਣ ਆਪਾਂ ਕਰਦੇ ਹਾਂ ਕੁਐਸਚਨ ਸਟਾਰਟ। ਤੇ ਬਾਕੀ ਐਪਲੀਕੇਸ਼ਨ ਹੈ ਜਿਹੜੀ ਇੰਸਟਾਲ ਕਰ ਲਓ ਰੇਸ ਅਕੈਡਮੀ ਆਫੀਸ਼ੀਅਲ ਦੀ, ਸਾਰੇ ਲਿੰਕ ਵਗੈਰਾ ਡਿਸਕ੍ਰਿਪਸ਼ਨ ਦੇ ਵਿੱਚ ਪਏ ਆ। ਟੈਲੀਗ੍ਰਾਮ ਗਰੁੱਪ ਜਰੂਰ ਜੁਆਇਨ ਕਰ ਲੈਣਾ। ਤਾਂ ਚਲੋ ਆਪਾਂ ਕਰਦੇ ਹਾਂ ਸਟਾਰਟ। ਪਹਿਲਾ ਕੁਐਸਚਨ ਕੀ ਆ? ਪਹਿਲਾ ਕੁਐਸਚਨ ਮੈਟਰਨਿਟੀ ਬੈਨੀਫਿਟ ਐਕਟ ਦੇ ਅਧੀਨ ਕੁਐਸਚਨ ਪੁੱਛਿਆ ਗਿਆ। ਕਹਿੰਦਾ ਕਿਹੜਾ ਸੈਕਸ਼ਨ ਹੈ, ਵਿਚ ਸੈਕਸ਼ਨ ਆਫ ਦਾ ਮੈਟਰਨਿਟੀ ਬੈਨੀਫਿਟ ਐਕਟ 1961 ਡੀਲ ਕਰਦਾ ਹੈ ਕਾਹਦੇ ਨਾਲ? ਵਿਦ ਪੇਮੈਂਟ ਆਫ ਮੈਟਰਨਿਟੀ ਬੈਨੀਫਿਟ ਇਨ ਕੇਸ ਆਫ ਡੈਥ ਆਫ ਏ ਵੂਮਨ। ਪਹਿਲੀ ਗੱਲ ਤਾਂ ਮੈਟਰਨਿਟੀ ਬੈਨੀਫਿਟ ਐਕਟ ਕੀ ਆ? ਬਿਲਕੁਲ ਸਿੰਪਲ ਭਾਸ਼ਾ ਦੇ ਵਿੱਚ ਇਹ ਸਮਝੋ ਕਿ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਆ, ਜੇਕਰ ਉਹ ਕਿਸੇ ਫੈਕਟਰੀ ਜਾਂ ਕਿਸੇ ਗਵਰਨਮੈਂਟ ਅਥਾਰਟੀ ਜਾਂ ਕਿਸੇ ਵੀ ਸੰਸਥਾ ਦੇ ਵਿੱਚ ਉਹ ਕੰਮ ਕਰ ਰਹੀ ਹੈ, ਜੌਬ ਕਰ ਰਹੀ ਆ, ਤਾਂ ਉਹਨਾਂ ਨੂੰ ਇੱਕ ਮੈਟਰਨਿਟੀ ਬੈਨੀਫਿਟ ਐਕਟ ਦੇ ਅਧੀਨ ਕੁਝ ਸਹੂਲਤਾਂ ਮਿਲਦੀਆਂ ਯਾਨੀ ਉਹਨਾਂ ਦੀ ਜਿਹੜੀ ਤਨਖਾਹ ਵਗੈਰਾ ਉਹ ਕੱਟੀ ਨਹੀਂ ਜਾਂਦੀ, ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਸਗੋਂ, ਰਾਈਟ। ਅਤੇ ਉਹਨਾਂ ਨੂੰ ਛੁੱਟੀ ਵੀ ਦਿੱਤੀ ਜਾਂਦੀ ਹੈ, ਯਾਨੀ ਇੱਕ ਤਰੀਕੇ ਦਾ ਤੁਸੀਂ ਇਹ ਕਹਿ ਸਕਦੇ ਹੋ ਵੀ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਂਦਾ ਹੈ, ਰਾਈਟ। ਅਤੇ ਉਸ ਨੂੰ ਆਪਾਂ ਮੈਟਰਨਿਟੀ ਬੈਨੀਫਿਟ ਐਕਟ ਕਹਿੰਦੇ ਹਾਂ। ਅਤੇ ਉਹਦੇ ਅਲੱਗ-ਅਲੱਗ ਸੈਕਸ਼ਨਸ ਹੈ, ਰਾਈਟ। ਜਿਵੇਂ ਕਿ ਆਪਾਂ ਕੁਝ ਸੈਕਸ਼ਨਾਂ ਦੀ ਗੱਲ ਕਰੀਏ ਤਾਂ ਪਹਿਲੇ ਸੈਕਸ਼ਨ ਦੇ ਵਿੱਚ ਤਾਂ ਤੁਹਾਨੂੰ ਟਾਈਟਲ ਮਿਲਦੇ ਆ ਕਿ ਮੈਟਰਨਿਟੀ ਦੇ ਨਾਲ ਜਿੰਨੇ ਵੀ ਟਾਈਟਲਸ ਹੈ ਉਹ ਤੁਹਾਨੂੰ ਟਾਈਟਲ ਮਿਲ ਜਾਣਗੇ, ਜਿਹੜਾ ਕਿ ਕੋਈ ਇੰਪੋਰਟੈਂਟ ਨਹੀਂ ਹੈਗਾ ਯਾਦ ਕਰਨਾ। ਦੂਸਰੇ ਦੇ ਵਿੱਚ ਇਹ ਕਿੱਥੇ ਅਪਲਾਈ ਹੁੰਦਾ ਐਕਟ, ਉਹਦੇ ਬਾਰੇ ਲਿਖਿਆ ਗਿਆ, ਯਾਨੀ ਐਪਲੀਕੇਸ਼ਨ ਜਾਂ ਸਟੇਟਸ ਬਾਰੇ ਲਿਖਿਆ ਗਿਆ, ਰਾਈਟ। ਕਿੱਥੇ ਐਪਲੀਕੇਬਲ ਹੈ, ਬੇਸਿਕਲੀ ਐਪਲੀਕੇਸ਼ਨ ਬਾਰੇ ਲਿਖਿਆ ਗਿਆ, ਰਾਈਟ। ਤੀਸਰੇ ਦੇ ਵਿੱਚ ਤੁਹਾਨੂੰ ਇਹਦੀ ਡੈਫੀਨੇਸ਼ਨ ਜਿਹੜੀ ਸਾਰੀਆਂ ਮਿਲ ਜਾਣਗੀਆਂ। ਡੈਫੀਨੇਸ਼ਨ ਜਿਵੇਂ ਕਿ ਮੰਨ ਲਓ ਵੀ ਚਾਈਲਡ ਕੀ ਹੁੰਦਾ ਗਾ, ਗਵਰਨਮੈਂਟ ਕਿਹਨੂੰ ਕਹਾਂਗੇ, ਸਟੇਟ ਗਵਰਨਮੈਂਟ ਕਿਹਨੂੰ ਕਹਾਂਗੇ, ਡਿਲੀਵਰੀ ਕਿਹਨੂੰ ਕਹਾਂਗੇ, ਰਾਈਟ, ਜਾਂ ਵੂਮੈਨ ਕਿਹਨੂੰ ਕਹਾਂਗੇ, ਫੈਕਟਰੀ ਕਿਹਨੂੰ ਕਹਾਂਗੇ, ਮਾਈਨ ਕਿਹਨੂੰ ਕਹਾਂਗੇ, ਰਾਈਟ, ਐਸਟੈਬਲਿਸ਼ਮੈਂਟ ਕਿਹਨੂੰ ਕਹਾਂਗੇ। ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਡੈਫੀਨੇਸ਼ਨਸ ਹੈ। ਹੁਣ ਤੁਹਾਨੂੰ ਇਹ ਚੀਜ਼ਾਂ ਸਮਝ ਨਹੀਂ ਲੱਗ ਰਹੀਆਂ ਹੋਣਗੀਆਂ, ਪਰ ਮੈਂ ਸਿੰਪਲ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ। ਕਿਵੇਂ? ਦੇਖੋ, ਆਪਾਂ ਆਰਟੀਕਲ ਜਾਣਦੇ ਹਾਂ, ਪੋਲਿਟੀ ਦੇ ਵਿੱਚ ਆਪਾਂ ਆਰਟੀਕਲ ਪੜ੍ਹਦੇ ਹਾਂ। ਆਰਟੀਕਲ ਜਦੋਂ ਆਪਾਂ ਫੰਡਾਮੈਂਟਲ ਰਾਈਟ ਪੜ੍ਹਨ ਲੱਗਦੇ ਹਾਂ ਤਾਂ ਉਸ ਤੋਂ ਪਹਿਲਾਂ ਮੈਂ ਆਰਟੀਕਲ 12 ਪੜ੍ਹਾਉਣਾ ਹੁੰਦਾ, ਤੁਸੀਂ ਜਿੱਥੋਂ ਵੀ ਪੜ੍ਹਿਆ ਹੋਊਗਾ। ਆਰਟੀਕਲ 12 ਦੇ ਵਿੱਚ ਕੀ ਆ? ਸਟੇਟ ਦੀ ਡੈਫੀਨੇਸ਼ਨ ਹੈ। ਸਟੇਟ ਦੀ ਡੈਫੀਨੇਸ਼ਨ ਦਾ ਮਤਲਬ ਕੀ ਆ ਕਿ ਜਿਹੜੇ ਫੰਡਾਮੈਂਟਲ ਰਾਈਟ, ਹੁਣ ਆਪਾਂ 14 ਤੋਂ 18, ਉਸ ਤੋਂ ਬਾਅਦ 19 ਤੋਂ 22 ਜਾਂ 23 24, ਫਿਰ 25 ਤੋਂ 28, 29 30, ਜਾਂ ਉਸ ਤੋਂ ਬਾਅਦ 31, ਫਿਰ 32 33 35, ਤਾਂ ਜਿਹੜੇ ਆਪਾਂ ਫੰਡਾਮੈਂਟਲ ਰਾਈਟ 14 ਤੋਂ ਲੈ ਕੇ 35 ਤੱਕ ਪੜ੍ਹਦੇ ਹਾਂ ਜਾਂ 13 ਤੋਂ ਲੈ ਕੇ 35 ਤੱਕ ਪੜ੍ਹਦੇ ਹਾਂ, ਉਹ ਕਿੱਥੇ ਅਪਲਾਈ ਹੋਣਗੇ? ਸਟੇਟ ਦੇ ਵਿੱਚ ਅਪਲਾਈ ਹੋਣਗੇ। ਤੇ ਉਸ ਸਟੇਟ ਦੀ ਡੈਫੀਨੇਸ਼ਨ ਕਿੱਥੇ? ਆਰਟੀਕਲ 12 ਦੇ ਵਿੱਚ ਆ। ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਵੀ ਸਟੇਟ ਦੀ ਡੈਫੀਨੇਸ਼ਨ। ਸਿਮਿਲਰਲੀ ਉਵੇਂ ਹੀ ਜਦੋਂ DPSP ਸਟਾਰਟ ਹੁੰਦਾ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਦੋਂ ਸਟਾਰਟ ਹੁੰਦਾ ਤਾਂ ਉਦੋਂ ਵੀ ਆਪਾਂ ਸਟੇਟ ਦੀ ਡੈਫੀਨੇਸ਼ਨ ਪੜ੍ਹਦੇ ਆ ਆਰਟੀਕਲ 36 ਦੇ ਵਿੱਚ। ਸੇਮ ਉਵੇਂ ਹੀ ਸੈਕਸ਼ਨ ਤੁਹਾਡੇ ਸਾਰੇ ਲਿਖੇ ਆ। ਤਾਂ ਇਹਨਾਂ ਸੈਕਸ਼ਨਾਂ ਦੀ ਜਿਹੜੀ ਆਪਾਂ ਵਰਡਿੰਗ ਯੂਜ਼ ਕਰਦੇ ਹਾਂ ਕਿ ਮੈਟਰਨਿਟੀ ਕਿਹਨੂੰ ਕਹਾਂਗੇ, ਮਿਸਕੈਰੇਜ ਆਪਾਂ ਕਿਹਨੂੰ ਕਹਾਂਗੇ, ਚਾਈਲਡ ਕਿਹਨੂੰ ਕਹਾਂਗੇ, ਡਿਲੀਵਰੀ ਕਿਹਨੂੰ ਕਹਾਂਗੇ, ਐਸਟੈਬਲਿਸ਼ਮੈਂਟ ਕਿਹਨੂੰ ਕਹਾਂਗੇ, ਐਮਪਲਾਇਰ ਕਿਹਨੂੰ ਕਹਾਂਗੇ,
ਐਪਰੋਪਰੀਏਟ ਗਵਰਨਮੈਂਟ ਕਿਹਨੂੰ ਕਹਾਂਗੇ, ਸਟੇਟ ਗਵਰਨਮੈਂਟ ਕਿਹਨੂੰ ਕਹਾਂਗੇ, ਰਾਈਟ। ਤਾਂ ਇਹਨਾਂ ਦੀ ਡੈਫੀਨੇਸ਼ਨਸ ਕਿੱਥੇ ਮਿਲਦੀਆਂ, ਇਹਨਾਂ ਦੀ ਡੈਫੀਨੇਸ਼ਨਸ ਮਿਲਦੀਆਂ ਤੁਹਾਨੂੰ ਸੈਕਸ਼ਨ ਤੀਸਰੇ ਦੇ ਵਿੱਚ। ਇਹ ਕੁਐਸਚਨ ਪੁੱਛਿਆ ਜਾ ਸਕਦਾ। ਹੁਣ ਸੈਕਸ਼ਨ ਤੀਸਰੇ ਦੇ ਵਿੱਚ ਵੀ ਗਾਹਾਂ ਪਾਰਟ ਆ, ਏ ਆ, ਬੀ ਆ, ਸੀ ਆ, ਡੀ ਆ, ਈ ਆ। ਸਿਮਿਲਰਲੀ ਉਵੇਂ ਹੀ ਜਿਵੇਂ ਤੁਹਾਨੂੰ ਮੈਂ ਪੁੱਛ ਲਾਂ ਕਿ ਰਾਈਟ ਟੂ ਪ੍ਰੈਸ, ਰਾਈਟ ਟੂ ਪ੍ਰੈਸ ਕਿਹੜੇ ਆਰਟੀਕਲ ਦੇ ਵਿੱਚ ਆ, ਰਾਈਟ ਟੂ ਪ੍ਰੈਸ ਕਿਹੜੇ ਆਰਟੀਕਲ ਦੇ ਵਿੱਚ, ਤੁਸੀਂ ਕਹੋਗੇ ਜੀ ਆਰਟੀਕਲ 19 ਦੇ ਵਿੱਚ। ਮੈਂ ਕਹੂੰਗਾ ਨਾ ਆਰਟੀਕਲ 19 ਤਾਂ ਠੀਕ ਹੈ, ਤੂੰ ਗਾਹਾਂ ਦੱਸ। ਤੁਸੀਂ ਕਹੋਗੇ ਜੀ ਆਰਟੀਕਲ 19 ਦੇ ਪਹਿਲੇ ਦੇ ਵਿੱਚ। ਮੈਂ ਕਹੂੰਗਾ ਨਾ ਸੈਕਸ਼ਨ ਪਹਿਲਾ ਤਾਂ ਠੀਕ ਆ, ਪਾਰਟ ਕਿਹੜਾ, ਤੁਸੀਂ ਕਹੋਗੇ ਜੀ ਆਰਟੀਕਲ 19 ਦੇ ਪਹਿਲੇ ਏ ਦੇ ਵਿੱਚ। ਇਹ ਹੁਣ ਯਾਦ ਕਿਵੇਂ ਹੋ ਗਿਆ ਭਲਾ, ਕਿਉਂਕਿ ਵਾਰ-ਵਾਰ ਇਹਨਾਂ ਚੀਜ਼ਾਂ ਨੂੰ ਪੜ੍ਹਿਆ ਹੋਇਆ। ਆਹ ਚੀਜ਼ਾਂ ਯਾਦ ਕਿਉਂ ਨਹੀਂ ਹੋਣਗੀਆਂ, ਕਿਉਂਕਿ ਪੜ੍ਹੇ ਹੀ ਕਦੇ ਨਹੀਂ, ਸਿਲੇਬਸ ਹੀ ਪਹਿਲੀ ਵਾਰ ਐਡ ਹੋਇਆ। ਤਾਂ ਕੋਸ਼ਿਸ਼ ਕੀ ਕਰਨੀ ਹੈ ਕਿ ਜਿਹੜੇ ਮੈਂ ਸੈਸ਼ਨ ਲਗਾਈ ਨਾ ਉਹ ਤਾਂ ਕਰਨੇ ਆ। ਥਿਓਰੈਟੀਕਲ ਪੋਰਸ਼ਨ ਜਿੰਨਾ ਕਰਵਾਇਆ ਹੋਇਆ, ਚਾਹੇ ਹੁਣ MSME ਬਾਰੇ ਆਪਾਂ ਪੜ੍ਹਿਆ, ਕੋਇਰ ਬੋਰਡ ਆ, KVIC ਆ, ਮਹਾਤਮਾ ਗਾਂਧੀ ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਹੋ ਗਿਆ, ਕਿੰਨੇ ਵੀ ਆ, ਰਾਈਟ। ਜਿੰਨਾ ਵੀ ਕਰਾ ਰੱਖਿਆ ਉਹਨੂੰ ਥਿਓਰੈਟੀਕਲ ਪੋਰਸ਼ਨ ਪੜ੍ਹਨਾ ਜ਼ਰੂਰੀ ਆ, ਕਿਉਂਕਿ ਕਿਸਮਤ ਬੇਸਡ ਹੋ ਸਕਦਾ ਹੈ, ਪਤਾ ਹੀ ਨਹੀਂ ਇਹਦੇ ਵਿੱਚੋਂ ਕੀ ਆਉਣਾ, ਕਿਉਂਕਿ ਐਡ ਹੀ ਪਹਿਲੀ ਵਾਰ ਹੋਇਆ, ਰਾਈਟ। ਤਾਂ ਕੋਸ਼ਿਸ਼ ਕਰੋ ਕਿ ਜਿੰਨਾ ਪੜ੍ਹਾਇਆ ਜਾਂਦਾ ਤੇ ਉਹ ਤੁਸੀਂ ਕਰਨਾ ਹੀ ਕਰਨਾ। ਹੁਣ ਆਪਾਂ ਕੁਐਸਚਨ ਤੇ ਆਉਣੇ ਆ ਕਿ ਆਪਾਂ ਹੁਣ ਆਹ ਸੈਕਸ਼ਨਾਂ ਦੀ ਗੱਲ ਤਾਂ ਕਰੀ ਹੀ ਜਾਂਦੇ ਆ। ਇਸੇ ਤਰੀਕੇ ਦੇ ਨਾਲ ਇੱਕ 7ਵਾਂ ਸੈਕਸ਼ਨ ਆਉਂਦਾ। 7ਵੇਂ ਸੈਕਸ਼ਨ ਦੇ ਵਿੱਚ ਕੀ ਆ ਕਿ ਉਸ ਪੇਮੈਂਟ ਦੀ ਗੱਲ ਕੀਤੀ ਗਈ ਆ ਕਿ ਜੇਕਰ ਮੈਟਰਨਿਟੀ ਬੈਨੀਫਿਟ ਐਕਟ ਦੇ ਅਧੀਨ, ਉਹਦੇ ਵਿੱਚ ਲਿਖਿਆ ਹੋਇਆ ਕਿ ਜੇਕਰ ਇਨ ਕੇਸ ਆਫ ਡੈਥ ਆਫ ਵੂਮਨ, ਯਾਨੀ ਵੂਮਨ ਦੀ ਜੇਕਰ ਡੈਥ ਹੋ ਜਾਵੇ ਤਾਂ ਉਹ ਕਿਹੜੇ ਸੈਕਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਉਹਦੀ ਪੇਮੈਂਟ ਦਾ ਬੈਨੀਫਿਟ ਉਹਨੂੰ ਫਿਰ ਵੀ ਮਿਲੂਗਾ। ਯਾਨੀ ਕਿ ਮੈਟਰਨਿਟੀ ਬੈਨੀਫਿਟ ਐਕਟ ਦੇ ਅਧੀਨ ਪੇਮੈਂਟ ਦੇ ਨਾਲ ਡੀਲਿੰਗ ਹੁੰਦੀ ਆ ਇਨ ਕੇਸ ਆਫ ਡੈਥ ਆਫ ਏ ਵੂਮਨ। ਤਾਂ ਕਿਹੜਾ ਸੈਕਸ਼ਨ ਆ, ਤਾਂ ਉਹ ਸੈਕਸ਼ਨ ਹੈਗਾ ਜੀ 7ਵਾਂ। ਤੁਹਾਨੂੰ ਘੱਟੋ ਘੱਟ 11 ਸੈਕਸ਼ਨ ਤਾਂ ਯਾਦ ਕਰ ਲੈਣੇ ਚਾਹੀਦੇ ਆ, ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਪਹਿਲੇ 11 ਸੈਕਸ਼ਨ ਮੋਸਟ ਇੰਪੋਰਟੈਂਟ ਆ ਐਂਡ ਉੱਥੋਂ ਕੁਐਸਚਨ ਪੁੱਛਿਆ ਜਾ ਸਕਦਾ। ਹੁਣ ਆਪਾਂ ਪੋਲਿਟੀ ਦੇ ਵਿੱਚ ਵੀ ਸਾਰੇ ਆਰਟੀਕਲ ਤਾਂ ਯਾਦ ਨਹੀਂ ਕਰਦੇ, ਇੰਪੋਰਟੈਂਟ ਹੀ ਕਰਦੇ ਆ। ਤਾਂ ਇਹਦੇ ਵਿੱਚੋਂ ਸੈਕਸ਼ਨ ਪਹਿਲਾ ਕੋਈ ਇੰਪੋਰਟੈਂਟ ਨਹੀਂ, ਜਿਹਦੇ ਵਿੱਚ ਸ਼ਾਰਟ ਟਾਈਟਲਸ ਵਗੈਰਾ ਲਿਖੇ ਆ, ਯਾਨੀ ਕਿ ਜਿਵੇਂ ਆਪਾਂ ਕਹਿੰਦੇ ਨਾ ਵੀ ਐਬਰੀਵੇਸ਼ਨਸ ਲਿਖੀਆਂ, ਤਾਂ ਉਹ ਕੋਈ ਇੰਪੋਰਟੈਂਟ ਨਹੀਂ ਹੈਗਾ। ਦੂਸਰਾ ਯਾਨੀ ਕਿ ਇਹ ਕਿੱਥੇ ਕਿੱਥੇ ਅਪਲਾਈ ਹੁੰਦਾ, ਐਪਲੀਕੇਸ਼ਨ ਬਾਰੇ ਲਿਖਿਆ ਹੋਇਆ। ਤੀਸਰੇ ਦੇ ਵਿੱਚ ਡੈਫੀਨੇਸ਼ਨ ਬਾਰੇ ਲਿਖਿਆ ਹੋਇਆ। 7ਵਾਂ ਤੁਹਾਡੇ ਯਾਦ ਹੋ ਗਿਆ। ਇਸੇ ਤਰੀਕੇ ਦੇ ਨਾਲ ਮੈਂ ਸਾਰੇ ਯਾਦ ਕਰਵਾ ਦੂੰਗਾ, ਗਰੰਟੀ ਹੈ, ਵਾਰ-ਵਾਰ ਰਿਪੀਟ ਕਰਾਉਂਦਾ ਜਾਊਂਗਾ, ਆਪਣੇ ਆਪ ਯਾਦ ਹੋਣ ਲੱਗ ਜਾਣਗੇ, ਰਾਈਟ। ਤਾਂ ਹੁਣ ਸੈਕਸ਼ਨ 7ਵਾਂ ਆ ਗਿਆ, ਜੇਕਰ ਇਨ ਕੇਸ ਆਫ ਡੈਥ ਹੋ ਜਾਏ। ਯਾਨੀ ਕਿ ਹੁਣ ਤੁਹਾਨੂੰ ਆਹ ਜਿਹੜੇ ਲਿਖੇ ਹੋਏ ਆ, ਦੇਖੋ ਆਰਟੀਕਲ 2 ਦੇ ਵਿੱਚ ਤਾਂ ਤੁਹਾਨੂੰ ਮੈਂ ਦੱਸਤਾ ਕਿ ਐਪਲੀਕੇਸ਼ਨ ਬਾਰੇ ਲਿਖਿਆ ਹੋਇਆ। ਆਰਟੀਕਲ ਤੀਸਰੇ ਦੇ ਵਿੱਚ ਕੀ ਹੈ, ਡੈਫੀਨੇਸ਼ਨਸ ਆ ਇਨ ਦਿਸ ਐਕਟ, ਯਾਨੀ ਕਿ ਇਹਦੇ ਅਧੀਨ ਜਿੰਨੀਆਂ ਵੀ ਡੈਫੀਨੇਸ਼ਨ ਆਉਂਦੀਆਂ ਉਹ ਸਾਰੀਆਂ ਲਿਖੀਆਂ ਹੋਈਆਂ। ਆਰਟੀਕਲ ਚੌਥੇ ਦੇ ਵਿੱਚ ਕੀ ਹੈ ਕਿ ਭਾਈ ਇੰਪਲੋਇਮੈਂਟ ਆਫ ਔਰ ਵਰਕ ਬਾਏ ਵੂਮਨ ਪ੍ਰੋਹਿਬਿਟਡ ਡਿਊਰਿੰਗ ਸਰਟੇਨ ਪੀਰੀਅਡਸ, ਤਾਂ ਉਹਨੂੰ ਪ੍ਰੋਹਿਬਿਟ ਕੀਤਾ ਗਿਆ ਸਰਟੇਨ ਪੀਰੀਅਡਸ। 5ਵੇਂ ਦੇ ਵਿੱਚ ਹੈਗਾ ਰਾਈਟ ਟੂ ਪੇਮੈਂਟ ਆਫ ਮੈਟਰਨਿਟੀ ਬੈਨੀਫਿਟਸ, ਉਹਦੇ ਬਾਰੇ ਲਿਖਿਆ ਗਿਆ, ਠੀਕ ਹੈ। ਕੰਟੀਨਿਊਸ ਤੁਹਾਡੀ ਪੇਮੈਂਟ ਕੰਟੀਨਿਊ ਰਹੂਗੀ ਆਫ ਮੈਟਰਨਿਟੀ ਬੈਨੀਫਿਟ ਇਨ ਸਰਟੇਨ ਕੇਸਿਸ। 5A ਦੇ ਵਿੱਚ, 5B ਦੇ ਵਿੱਚ ਵੀ ਥੋੜੀ ਬਹੁਤ ਜਿਹੜੀਆਂ ਅਮੈਂਡਮੈਂਟਾਂ ਕਰਕੇ ਚੀਜ਼ਾਂ ਆਉਂਦੀਆਂ ਹੁੰਦੀਆਂ ਐਡ ਕੀਤੀਆਂ ਗਈਆਂ। ਆਰਟੀਕਲ 6 ਦੇ ਵਿੱਚ ਕੀ ਆ, ਸੈਕਸ਼ਨ 6 ਦੇ ਵਿੱਚ ਕੀ ਆ, ਨੋਟਿਸ ਆਫ ਕਲੇਮ ਫॉर ਮੈਟਰਨਿਟੀ ਬੈਨੀਫਿਟ ਐਂਡ ਪੇਮੈਂਟ देयर ऑफ, ਯਾਨੀ ਕਲੇਮ ਕਰਨਾ ਉਸ ਚੀਜ਼ ਨੂੰ, ਉਹ ਸੈਕਸ਼ਨ 6 ਦੇ ਵਿੱਚ ਆ। ਸੈਕਸ਼ਨ 7ਵੇਂ ਦੇ ਵਿੱਚ ਕੀ ਆ, ਪੇਮੈਂਟ ਆਫ ਮੈਟਰਨਿਟੀ ਬੈਨੀਫਿਟ ਇਨ ਕੇਸ ਆਫ ਡੈਥ ਆਫ ਵੂਮਨ, ਜਿਹੜਾ ਕੁਐਸਚਨ ਪੁੱਛਿਆ ਗਿਆ ਸੀ, ਰਾਈਟ ਹੈ। ਸੋ ਇਹਦੇ ਵਿੱਚੋਂ ਮੇਰਾ ਮੰਨਣਾ ਇਹ ਹੈ ਕਿ ਸੈਕਸ਼ਨ 7ਵਾਂ ਮੋਸਟ ਇੰਪੋਰਟੈਂਟ ਹੈ, ਰਾਈਟ ਹੈ। ਇਸ ਤੋਂ ਬਾਅਦ ਮਿਸਕੈਰੇਜ, ਜੇਕਰ ਮਿਸਕੈਰੇਜ ਹੋ ਜੇ ਤਾਂ ਉਸ ਲੀਵ ਫॉर ਮਿਸਕੈਰੇਜ, ਮਿਸਕੈਰੇਜ ਹੋ ਜੇ ਤਾਂ ਹੁਣ ਮਿਸਕੈਰੇਜ ਦੀ ਡੈਫੀਨੇਸ਼ਨ ਵੀ ਤੁਹਾਨੂੰ ਆਰਟੀਕਲ ਤੀਸਰੇ ਦੇ ਵਿੱਚ ਮਿਲੂਗੀ, ਯਾਨੀ ਜਿੰਨੀਆਂ ਵੀ ਡੈਫੀਨੇਸ਼ਨਾਂ ਤੁਹਾਨੂੰ ਆਰਟੀਕਲ ਸੈਕਸ਼ਨ ਤੀਸਰੇ ਦੇ ਵਿੱਚ ਮਿਲਣਗੀਆਂ, ਰਾਈਟ। ਤਾਂ ਲੀਵ ਫॉर ਮਿਸਕੈਰੇਜ ਸੈਕਸ਼ਨ 9 ਦੇ ਵਿੱਚ ਆ। ਪੇਮੈਂਟ ਆਫ ਮੈਡੀਕਲ ਬੋਨਸ ਜਿਹੜਾ ਮਿਲਦਾਗਾ, ਉਹ ਹੁਣ ਮੈਡੀਕਲ ਬੋਨਸ ਤੋਂ ਸੈਕਸ਼ਨ ਪੁੱਛਿਆ ਜਾ ਸਕਦਾ, ਉਹ ਸੈਕਸ਼ਨ 8 ਦੇ ਵਿੱਚ ਆ। ਇਸੇ ਤਰੀਕੇ ਦੇ ਨਾਲ ਸੈਕਸ਼ਨ 10 ਦੇ ਵਿੱਚ ਕੀ ਆ, ਲੀਵ ਫॉर ਇਲਨੈਸ ਅਰਾਈਜ਼ਿੰਗ ਆਊਟ ਆਫ ਪ੍ਰੈਗਨੈਂਸੀ, ਕੋਈ ਇਲਨੈਸ ਆਉਂਦੀ ਆ ਡਿਲੀਵਰੀ ਟਾਈਮ ਤੇ, ਪ੍ਰੀ ਮੈਚਿਓਰ ਬਰਥ ਆਫ ਚਾਈਲਡ, ਤਾਂ ਇਹ ਸਾਰਾ ਕੁਝ ਜਿਹੜਾ ਹੈਗਾ ਤੁਹਾਡਾ, ਜਾਂ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਹੋ ਗਿਆ, ਕਈ ਵਾਰੀ ਪ੍ਰੈਗਨੈਂਸੀ ਦੇ ਵਿੱਚ ਪ੍ਰੋਬਲਮ ਆ ਜਾਂਦੀ, ਟਰਮੀਨੇਟ ਕਰਨਾ ਪੈਂਦਾ ਹੈਗਾ, ਤਾਂ ਬੇਸਿਕਲੀ ਉਹ ਸੈਕਸ਼ਨ 10 ਦੇ ਵਿੱਚ ਆਉਂਦਾ। ਸੋ ਹੁਣ ਦੇਖ ਲਓ ਤੁਹਾਡੇ ਅੱਧੇ ਸੈਕਸ਼ਨ ਤਾਂ ਆਪਣੇ ਆਪ ਯਾਦ ਵੀ ਹੋ ਗਏ ਹੋਣਗੇ, 2-3 ਵਾਰੀ ਯਾਦ ਕਰ ਲਓਗੇ, ਆਪਣੇ ਆਪ ਪੜ੍ਹ ਲਓਗੇ, ਯਾਨੀ ਕਿ ਆਪਣੇ ਆਪ ਯਾਦ ਹੋ ਜਾਣਗੇ। ਬਾਕੀ ਜਿੰਨੇ ਕੁਐਸਚਨ ਕਰੋਗੇ ਉਨਾ ਵਧੀਆ ਗਾ। ਬਾਕੀ ਮੈਂ ਫੇਰ ਕਹਿੰਦਾ ਕਿ ਥਿਓਰੈਟੀਕਲ ਪੋਰਸ਼ਨ ਪੜ੍ਹਨਾ ਬਹੁਤ ਜ਼ਰੂਰੀ ਹੈ। ਚਲੋ ਤਾਂ ਹੁਣ ਆ ਗਿਆ ਗਾਹਾਂ ਵਾਲਾ ਕੁਐਸਚਨ, ਦੇਖੋ ਕਹਿੰਦਾ ਜੀ ਮੈਟਰਨਿਟੀ ਬੈਨੀਫਿਟ ਐਕਟ 1961 ਦੇ ਅਧੀਨ ਡਿਫਾਈਨ ਕੀਤਾ ਗਿਆ ਕਿਹਨੂੰ, ਐਸਟੈਬਲਿਸ਼ਮੈਂਟ ਨੂੰ। ਹੁਣ ਐਸਟੈਬਲਿਸ਼ਮੈਂਟ ਕਿੱਥੇ ਡਿਫਾਈਨ ਕੀਤਾ ਹੋਇਆ, ਹੁਣੇ ਮੈਂ ਦੱਸ ਕੇ ਹਟਿਆ ਕਿ ਸੈਕਸ਼ਨ ਤੀਸਰੇ ਦੇ ਵਿੱਚ ਸਾਰੀਆਂ ਡੈਫੀਨੇਸ਼ਨ ਹੈ। ਤਾਂ ਸੈਕਸ਼ਨ ਤੀਸਰੇ ਦੇ ਵਿੱਚ ਡੈਫੀਨੇਸ਼ਨ ਹੈ, ਤਾਂ ਆਹ ਆਪਸ਼ਨ ਤਾਂ ਕੱਟਿਆ ਗਿਆ। ਹੁਣ ਸੈਕਸ਼ਨ ਤੀਸਰੇ ਦੇ ਵਿੱਚ ਹੁਣ ਗਾਹਾਂ ਪਾਰਟ ਆ ਗਏ, ਤਾਂ ਹੁਣ ਉਹੀ ਗੱਲ ਆ ਵੀ ਇਹਦੇ ਵਿੱਚ ਵੀ ਆਪਾਂ ਨੂੰ ਇੰਪੋਰਟੈਂਟ ਯਾਦ ਕਰਨੇ ਪੈਣੇ ਆ, ਕਰਵਾਉਂਗਾ। ਐਸਟੈਬਲਿਸ਼ਮੈਂਟ ਦਾ ਮਤਲਬ ਕੀ ਆ, ਐਸਟੈਬਲਿਸ਼ਮੈਂਟ ਯਾਨੀ ਜੋ ਜਗ੍ਹਾ ਗੀ ਜਿੱਥੇ ਜੌਬ ਕਰ ਰਹੇ ਹੋ ਤੁਸੀਂ, ਚਾਹੇ ਉਹ ਕੋਈ ਫੈਕਟਰੀ ਹੈ, ਚਾਹੇ ਕੋਈ ਉਹ ਮਾਈਨ ਹੈ, ਚਾਹੇ ਕੋਈ ਪਲਾਂਟੇਸ਼ਨ ਹੈ, ਚਾਹੇ ਕੋਈ, ਯਾਨੀ ਜੋ ਵੀ ਜਗ੍ਹਾ, ਯਾਨੀ ਉਹ ਤੁਹਾਡੀ
जिथे तुसी जॉब कर रहे एस्टैबलिशमेंट ਉਹਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਸੈਕਸ਼ਨ ਤੀਸਰੇ ਦੇ ਈ ਦੇ ਵਿੱਚ ਹੈ। ਹੁਣ ਆਪਾਂ ਸੈਕਸ਼ਨ ਤੀਸਰੇ ਨੂੰ ਥੋੜਾ ਜਿਹਾ डिटेल ਦੇ ਵਿੱਚ ਪੜ੍ਹ ਲੈਂਦੇ ਹਾਂ। ਹਾਲਾਂਕਿ ਹਰੇਕ ਚੀਜ਼ ਨੂੰ डिटेल ਦੇ ਵਿੱਚ ਪੜ੍ਹਨਾ ਜ਼ਰੂਰੀ ਨਹੀਂ, ਪਰ ਮੈਂ ਉਹੀ ਪੜ੍ਹਾਉਂਗਾ ਜਿਹੜੀ ਮੈਨੂੰ ਲੱਗਦੀਆਂ ਕਿ ਇੰਪੋਰਟੈਂਟ ਆ, ਪੇਪਰ ਦੇ ਵਿੱਚ ਆ ਸਕਦੀਆਂ। ਰਾਈਟ, ਤਾਂ ਸੈਕਸ਼ਨ ਦਾ ਜਿਹੜਾ ਤੀਸਰਾ ਗਾ ਉਹਦੇ ਵਿੱਚ ਸਾਰੀਆਂ ਡੈਫੀਨੇਸ਼ਨਸ ਆ। ਰਾਈਟ, ਜਿਵੇਂ ਕਿ ਪਹਿਲਾ ਸੈਕਸ਼ਨ ਜਿਹੜਾ ਏ ਸੈਕਸ਼ਨ ਹੈ, ਸ਼ਾਰਟਕਟ ਦੇ ਵਿੱਚ ਸਮਝੋ, ਫਿਰ ਆਪਾਂ ਥੋੜਾ ਜਿਹਾ ਪੜਾਂਗੇ। ਪਹਿਲੇ ਸੈਕਸ਼ਨ ਦੇ ਵਿੱਚ ਕੀ ਹੈ, ਗਵਰਨਮੈਂਟ ਬਾਰੇ ਲਿਖਿਆ ਹੋਇਆ, ਐਪਰੋਪ੍ਰੀਏਟ ਗਵਰਨਮੈਂਟ ਬਾਰੇ ਲਿਖਿਆ ਹੋਇਆ। ਗਵਰਨਮੈਂਟ ਕਿਹੜੀ, ਜਿਹੜੇ ਕਿ ਲਾਅ ਬਣਾਊਗੀ, ਐਕਟ ਬਣਾਊਗੀ, ਬਿੱਲ ਪੇਸ਼ ਕਰੂਗੀ, ਬਿੱਲ ਪਾਸ ਕਰੂਗੀ, ਯਾਨੀ ਅਥਾਰਟੀ। ਅਥਾਰਟੀ ਦੇ ਵਿੱਚ ਕੌਣ ਹੈ? ਸਿੰਪਲ ਜੀ ਗੱਲ ਹੈ, ਜਿਵੇਂ ਆਪਾਂ ਸਟੇਟ ਦੀ ਡੈਫੀਨੇਸ਼ਨ ਪੜ੍ਹਦੇ ਆ ਆਰਟੀਕਲ 12, ਉਸੇ ਨਾਲ ਰਿਲੇਟ ਹੋ ਕੇ ਪੜ੍ਹੋ। ਜਦੋਂ ਆਪਾਂ ਆਰਟੀਕਲ 12 ਸਟੇਟ ਦੀ ਡੈਫੀਨੇਸ਼ਨ ਪੜ੍ਹਦੇ ਆ ਤਾਂ ਆਪਾਂ ਕੀ ਕਹਿੰਦੇ ਆ, ਸੈਂਟਰਲ ਅਥਾਰਟੀ, ਸਟੇਟ ਅਥਾਰਟੀ, ਲੋਕਲ ਅਥਾਰਟੀ। ਰਾਈਟ, ਇਸੇ ਤਰੀਕੇ ਦੇ ਨਾਲ ਮੁੜ ਕੇ ਪ੍ਰਾਈਵੇਟਾਈਜੇਸ਼ਨ, ਜਾਂ ਜਿਵੇਂ LIC ਹੋ ਗਈ ਹੈ ਨਾ, ONGC ਹੋ ਗਈ, ਜਿਹੜੀਆਂ ਕਿ 50% +1 ਉਹਦੇ ਵਿੱਚ ਗਵਰਨਮੈਂਟ ਦਾ ਹਿੱਸਾ ਰਹਿੰਦਾ ਗਾ। ਰਾਈਟ, ਸੋ ਬੇਸਿਕਲੀ government the definition, appropriate government the definition means in relation to an establishment being a mine or an establishment wherein persons are employed for the execution of the equestrian, acrobatic and other performances। यानी हुण तुहानूं समझ नहीं लगना, बस सिंपल इन्नी चीज़ ही समझो कि सेंटर गवर्नमेंट, बस सेंटर गवर्नमेंट की डेफिनेशन है जिहड़ी ਤੁਹਾਨੂੰ ਕੁਐਸਚਨ ਤਾਂ ਸਿਰਫ ਇੰਨਾ ਹੀ ਪੁੱਛਿਆ ਜਾਊਗਾ ਕਿ ਐਪਰੋਪ੍ਰੀਏਟ ਗਵਰਨਮੈਂਟ ਦੀ ਡੈਫੀਨੇਸ਼ਨ ਕਿਹੜੇ ਸੈਕਸ਼ਨ ਦੇ ਵਿੱਚ ਹੈ, ਤੇ ਫਿਰ ਗਾਹਾਂ ਕਲੌਜ਼ ਦੇ ਵਿੱਚ ਪੁੱਛਿਆ ਜਾ ਸਕਦਾ ਗਾ। ਤਾਂ ਸੈਕਸ਼ਨ ਤੀਸਰਾ ਕਲੌਜ਼ ਪਹਿਲਾ, ਰਾਈਟ, ਯਾਨੀ ਕਲੌਜ਼ ਏ ਦੇ ਵਿੱਚ ਆ। ਸੈਕਸ਼ਨ ਤੀਸਰਾ ਯਾਦ ਰੱਖਣਾ ਇਹ ਬਹੁਤ ਇੰਪੋਰਟੈਂਟ ਹੈ। ਤਾਂ ਇਹਦੇ ਵਿੱਚ ਤੁਹਾਡੀ ਗਵਰਨਮੈਂਟ ਦੀ ਡੈਫੀਨੇਸ਼ਨ ਆ। ਹੁਣ ਜਿਹੜਾ ਸੈਕਸ਼ਨ ਤੀਸਰੇ ਦਾ ਬੀ ਕਲੌਜ਼ ਹੈ, ਉਹਦੇ ਵਿੱਚ ਤੁਹਾਨੂੰ ਦਿੱਤੀ ਹੋਈ ਹੈ ਜੀ ਚਾਈਲਡ ਦੀ ਡੈਫੀਨੇਸ਼ਨ। ਚਾਈਲਡ ਦੀ ਡੈਫੀਨੇਸ਼ਨ ਦਿੱਤੀ ਹੋਈ ਆ। ਹੁਣ ਚਾਈਲਡ ਦਾ ਮਤਲਬ ਕੀ ਆ, ਇਹਦੇ ਵਿੱਚ ਇਨਕਲੂਡ ਉਹ ਵੀ ਆ ਸਟਿਲ ਬੋਰਨ ਚਾਈਲਡ, यानी कहने का मतलब चाइल्ड ਜਿਹੜਾ पैदा हो गया वो भी चाइल्ड ਦੇ ਵਿੱਚ ਹੀ ਆਊਗਾ, ਜਿਹੜਾ ਆਲਰੇਡੀ ਪ੍ਰੈਗਨੈਂਟ ਆ यानी ਪ੍ਰੈਗਨੈਂਸੀ ਦੇ ਵਿੱਚ ਆ, ਪ੍ਰੈਗਨੈਂਸੀ ਦੇ ਵਿੱਚ ਆ, ਉਹਨੂੰ ਵੀ ਬੱਚਾ ਮੰਨਿਆ ਹੀ ਜਾਊਗਾ, ਆਬਵੀਅਸਲੀ ਗੱਲ ਆ। ਤਾਂ ਚਾइल्ड ਦੀ ਡੈਫੀਨੇਸ਼ਨ ਕੀ ਹੋਗੀ, ਚਾइल्ड ਤਾਂ ਹੈਗਾ ਹੀ ਹੈਗਾ, ਇਨਕਲੂਡਸ ਅ ਸਟਿਲ ਬੋਰਨ ਚਾइल्ड। ਰਾਈਟ ਹੋ ਗਿਆ। ਤਾਂ ਇਹਦੀ ਜਿਹੜੀ ਡੈਫੀਨੇਸ਼ਨ ਹੈ ਚਾइल्ड ਦੀ ਉਹ ਕਿੱਥੇ ਮਿਲਦੀ ਹੈ ਤੁਹਾਨੂੰ, ਸੈਕਸ਼ਨ ਤੀਸਰੇ ਦੇ ਬੀ ਦੇ ਵਿੱਚ, ਬੀ ਪਾਰਟ ਦੇ ਵਿੱਚ ਮਿਲਦੀ ਹੈ। ਇਸ ਤੋਂ ਬਾਅਦ ਡਿਲੀਵਰੀ ਦੀ ਡੈਫੀਨੇਸ਼ਨ, ਡਿਲੀਵਰੀ ਦੀ ਡੈਫੀਨੇਸ਼ਨ ਤੁਹਾਨੂੰ ਪਾਰਟ ਸੀ ਦੇ ਵਿੱਚ ਮਿਲਦੀ ਆ, ਸੈਕਸ਼ਨ ਤੀਸਰੇ ਦੇ ਪਾਰਟ ਸੀ ਦੇ ਵਿੱਚ ਮਿਲਦੀ ਆ। ਤੇ ਇਹਦਾ ਮਤਲਬ ਕੀ ਆ, ਦ ਬਰਥ ਆਫ ਏ ਚਾइल्ड, ਚਾइल्ड ਦਾ ਬਰਥ, ਇਹਦੀ ਡੈਫੀਨੇਸ਼ਨ। ਹਾਲਾਂਕਿ ਡੈਫੀਨੇਸ਼ਨ ਕੋਈ ਬੜੀ ਜ਼ਿਆਦਾ ਇੰਪੋਰਟੈਂਟ ਨਹੀਂ ਕਿ ਡਿਲੀਵਰੀ ਦਾ ਮਤਲਬ ਕੀ ਹੈ ਸਭ ਨੂੰ ਪਤਾ ਹੋਊਗਾ, ਚਾइल्ड ਦਾ ਮਤਲਬ ਕੀ ਹੈ ਸਭ ਨੂੰ ਪਤਾ ਹੋਊਗਾ, ਪਰ ਸੈਕਸ਼ਨ ਯਾਦ ਕਰਨੇ ਜ਼ਰੂਰੀ ਹੈ। ਰਾਈਟ ਹੋ ਗਿਆ। ਇਸ ਤੋਂ ਬਾਅਦ ਆ ਗਿਆ ਤੁਹਾਡਾ ਇੰਪਲਾਇਰ, ਇੰਪਲਾਇਰ ਦੀ ਡੈਫੀਨੇਸ਼ਨ। ਇੰਪਲਾਇਰ ਕੀ ਹੁੰਦਾ, ਇੰਪਲਾਈ ਕੀ ਹੁੰਦਾ, ਜਿਹੜਾ ਬੰਦਾ ਜੌਬ ਕਰਦਾ ਗਾ, ਇੰਪਲਾਈ ਉਹਨੂੰ ਕਹਿੰਦੇ ਨੇ ਵੀ ਸਾਡੇ ਇਹ ਇੰਪਲਾਈ ਆ, ਸਾਡੇ ਟੀਚਰ ਰੱਖੇ ਹੋਏ ਆ। ਇੰਪਲਾਇਰ ਜੋ ਜੌਬ ਦਿੰਦਾ, ਇੰਪਲਾਇਰ। ਹੁਣ ਸਰਕਾਰੀ ਦੇ ਵਿੱਚ ਕੌਣ ਹੋਊਗਾ ਅਥਾਰਟੀ ਤੇ, ਗਵਰਨਮੈਂਟ ਹੋਊਗੀ। ਰਾਈਟ, ਲੋਕਲ ਅਥਾਰਟੀ ਤੇ ਕੌਣ ਹੋਊਗਾ, ਲੋਕਲ ਲੈਵਲ ਤੇ ਗਵਰਨਮੈਂਟ ਜੋ ਹੋਊਗੀ। ਰਾਈਟ, ਜਿਹਨੂੰ ਸੈਲਫ ਲੋਕਲ ਗਵਰਨਮੈਂਟ ਕਹਿੰਦੇ ਆ। ਰਾਈਟ, ਉਹ ਹਾਈ ਅਥਾਰਟੀ ਦੇ ਵਿੱਚ ਹੋਊਗੀ। ਪ੍ਰਾਈਵੇਟ ਦੇ ਵਿੱਚ ਕੌਣ ਹੋਊਗਾ, ਮੈਨੇਜਰ ਹੋਊਗਾ, ਮੈਨੇਜਿੰਗ ਡਾਇਰੈਕਟਰ ਹੋਊਗਾ, ਉਸ ਤਰੀਕੇ ਦੇ ਨਾਲ। ਤਾਂ ਉਹੀ ਚੀਜ਼ਾਂ ਕਿ ਉਹਨਾਂ ਦੀ ਡੈਫੀਨੇਸ਼ਨ ਜਿਹੜੀ ਹੈਗੀ ਉਹ ਕਿੱਥੇ ਮਿਲਦੀ ਹੈ ਤੁਹਾਨੂੰ, ਪਾਰਟ ਡੀ ਦੇ ਵਿੱਚ। ਸੈਕਸ਼ਨ ਤੀਸਰਾ ਹੀ ਚੱਲ ਰਿਹਾ, ਸੈਕਸ਼ਨ ਤੀਸਰੇ ਦੇ ਵਿੱਚ ਪਹਿਲੇ ਦੇ ਵਿੱਚੋਂ ਬਿਲਕੁਲ ਸੌਖਾ ਗਾ। ਪਹਿਲੇ ਦੇ ਵਿੱਚ ਗਵਰਨਮੈਂਟ ਦੀ ਡੈਫੀਨੇਸ਼ਨ ਆ, ਦੂਸਰੇ ਦੇ ਵਿੱਚ ਚਾइल्ड ਦੀ ਡੈਫੀਨੇਸ਼ਨ ਆ, ਤੀਸਰੇ ਦੇ ਵਿੱਚ ਡਿਲੀਵਰੀ ਦੀ ਡੈਫੀਨੇਸ਼ਨ ਆ, ਚੌਥੇ ਦੇ ਵਿੱਚ ਇੰਪਲਾਇਰ ਦੀ ਡੈਫੀਨੇਸ਼ਨ ਆ, ਚੌਥੇ ਦੇ ਵਿੱਚ ਇੰਪਲਾਇਰ ਦੀ ਡੈਫੀਨੇਸ਼ਨ ਆ। ਠੀਕ ਹੈ, ਚੌਥੇ ਦੇ ਵਿੱਚ ਇੰਪਲਾਇਰ ਦੀ ਡੈਫੀਨੇਸ਼ਨ ਆ। ਐਂਡ ਜਿਹੜਾ ਪੰਜਵਾਂ ਗਾ ਈ ਪਾਰਟ, ਜਿਹੜਾ ਪੰਜਵਾਂ ਉਸੇ ਤੋਂ ਕੁਐਸਚਨ ਪੁੱਛਿਆ ਗਿਆ ਸੀ, ਉਸੇ ਤੋਂ ਕੁਐਸਚਨ ਪੁੱਛਿਆ ਗਿਆ ਸੀ ਕਿ ਐਸਟੈਬਲਿਸ਼ਮੈਂਟ ਦੀ ਡੈਫੀਨੇਸ਼ਨ ਕਿੱਥੇ ਆ, ਸੈਕਸ਼ਨ ਤੀਸਰੇ ਦੇ ਈ ਪਾਰਟ ਦੇ ਵਿੱਚ। ਚਾਰ ਯਾਦ ਹੋ ਗਏ ਤੇ ਪੰਜਵਾਂ ਵੀ ਯਾਦ ਹੋ ਗਿਆ ਵਿਦ ਕੁਐਸਚਨ। ਤਾਂ ਹੁਣ ਇੰਪਲਾਇਰ ਦੀ ਡੈਫੀਨੇਸ਼ਨ ਹੈ ਤੇ ਤਿੰਨ ਹਿੱਸਿਆਂ ਵਿੱਚ ਲਿਖੀ ਹੋਈ ਆ। ਪਹਿਲੇ ਦੇ ਵਿੱਚ ਤੁਹਾਨੂੰ ਗਵਰਨਮੈਂਟ ਸਰਕਾਰੀ ਨੌਕਰੀ ਦੀ ਗੱਲ ਕਰ ਰਿਹਾ ਹੈਗਾ, ਉਹਦੇ ਅੰਡਰ ਤੋਂ ਜੇਕਰ ਯਾਨੀ ਕਿ ਇੰਪਲਾਇਰ ਆ ਜਿਹੜਾ ਬੇਸਿਕਲੀ ਉਹ ਹੋ ਗਿਆ। ਰਾਈਟ ਆ। ਤੇ ਜੇਕਰ ਲੋਕਲ ਅਥਾਰਟੀ ਦੀ ਗੱਲ ਕਰ ਲਈਏ ਤਾਂ ਉਹ ਉਹਦੀ ਸੁਪਰਵਿਜ਼ਨ ਦੇ ਵਿੱਚ ਹੋਊਗਾ। ਰਾਈਟ ਆ। ਪ੍ਰਾਈਵੇਟ ਦੇ ਵਿੱਚ ਕਿਹੜਾ ਹੋਊਗਾ, ਮੈਨੇਜਰ ਹੋਊਗਾ, ਤੁਹਾਡਾ ਮੈਨੇਜਿੰਗ ਡਾਇਰੈਕਟਰ ਹੋਊਗਾ, ਮੈਨੇਜਿੰਗ ਏਜੰਟ ਹੋਊਗਾ। ਹੁਣ ਇਹਨਾਂ ਨੂੰ ਯਾਦ ਕਰਨ ਦੀ ਕੋਈ ਲੋੜ ਨਹੀਂ, ਬਸ ਸੈਕਸ਼ਨ ਯਾਦ ਕਰਨੇ ਆ। ਪਹਿਲੇ ਦੇ ਵਿੱਚ ਗਵਰਨਮੈਂਟ ਆ, ਦੂਸਰੇ ਦੇ ਵਿੱਚ ਚਾइल्ड ਦੀ ਡੈਫੀਨੇਸ਼ਨ ਆ, ਤੀਸਰੇ ਦੇ ਵਿੱਚ ਡਿਲੀਵਰੀ ਦੀ ਡੈਫੀਨੇਸ਼ਨ ਆ, ਚੌਥੇ ਦੇ ਵਿੱਚ ਇੰਪਲਾਇਰ ਦੀ ਡੈਫੀਨੇਸ਼ਨ ਆ, ਪੰਜਵੇਂ ਦੇ ਵਿੱਚ ਐਸਟੈਬਲਿਸ਼ਮੈਂਟ ਦੀ ਡੈਫੀਨੇਸ਼ਨ। ਐਂਡ ਐਸਟੈਬਲਿਸ਼ਮੈਂਟ ਦੇ ਵਿੱਚ ਜਗ੍ਹਾ ਦੀ ਗੱਲ ਹੋ ਰਹੀ ਆ, ਯਾਨੀ ਉਹ ਕੋਈ ਫੈਕਟਰੀ ਹੋ ਸਕਦੀ ਆ, ਮਾਈਨ ਹੋ ਸਕਦੀ ਆ, ਪਲਾਂਟੇਸ਼ਨ ਹੋ ਸਕਦੀ ਆ। ਤਾਂ ਇਹ ਹੋ ਗਿਆ ਤੁਹਾਡਾ ਈ ਪਾਰਟ, ਸੈਕਸ਼ਨ ਤੀਸਰੇ ਦਾ ਈ ਪਾਰਟ। ਹੁਣ ਸੈਕਸ਼ਨ ਤੀਸਰੇ ਦਾ ਐਫ ਪਾਰਟ ਆਪਣੇ ਆਪ ਯਾਦ ਹੋ ਜਾਊਗਾ ਕਿਉਂਕਿ ਐਫ ਤੋਂ ਹੀ ਬਣਦਾ ਫੈਕਟਰੀ। ਤਾਂ ਫੈਕਟਰੀ ਕਿਹੜੀ ਹੋਊਗੀ, ਫੈਕਟਰੀ ਦੀ ਡੈਫੀਨੇਸ਼ਨ ਜਿਹੜੀ ਹੈਗੀ ਉਹ ਤੁਹਾਨੂੰ ਐਫ ਦੇ ਵਿੱਚ ਮਿਲਦੀ ਹੈ। ਫੈਕਟਰੀ ਮੀਨਸ ਅ ਫੈਕਟਰੀ ਐਜ਼ ਡਿਫਾਈਨਡ ਇਨ ਕਲੌਜ਼ ਐਮ ਸੈਕਸ਼ਨ ਫੈਕਟਰੀਜ਼ ਐਕਟ 1948। ਹੁਣ ਫੈਕਟਰੀ ਐਕਟ ਵੀ ਆਉਂਦਾ, ਉਹਦੇ ਅਧੀਨ ਸਾਰਾ ਕੁਝ ਇਹਦੇ ਅੰਡਰ ਆਉਂਦਾ, ਯਾਨੀ ਕਿ ਫੈਕਟਰੀ ਦੀ ਡੈਫੀਨੇਸ਼ਨ ਜਿਹੜੀ ਮਿਲਦੀ ਹੈ ਤੁਹਾਨੂੰ ਐਫ ਦੇ ਵਿੱਚ ਮਿਲਦੀ ਹੈ।
ਇਸੇ ਤਰੀਕੇ ਦੇ ਨਾਲ ਜੋ ਇਨਸਪੈਕਸ਼ਨ ਕਰਦਾ ਇੰਸਪੈਕਟਰ ਉਹਦੀ ਜੀ ਦੇ ਵਿੱਚ ਮਿਲਦੀ ਹੈ। ਮੈਟਰਨਿਟੀ ਬੈਨੀਫਿਟ ਦੀ ਡੈਫੀਨੇਸ਼ਨ ਮਿਲਦੀ ਹੈ ਐਚ ਦੇ ਵਿੱਚ ਮਿਲਦੀ ਹੈ। ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਦੀ ਜੇਕਰ ਆ ਜਾਵੇ ਤਾਂ ਉਹ ਐਚ ਏ ਦੇ ਵਿੱਚ ਮਿਲਦੀ ਹੈ, ਰਾਈਟ। ਇਸੇ ਤਰੀਕੇ ਦੇ ਨਾਲ ਇੰਪੋਰਟੈਂਟ ਇਹਦੇ ਵਿੱਚੋਂ ਬਣਦਾ ਗਾ ਐਨ ਤੇ ਓ। ਐਨ ਦੇ ਵਿੱਚ ਤੁਹਾਨੂੰ ਮਿਲਦੀ ਹੈ ਵੇਜਿਸ ਤੇ ਓ ਦੇ ਵਿੱਚ ਮਿਲਦੀ ਹੈ ਤੁਹਾਨੂੰ ਵੂਮੈਨ, ਰਾਈਟ। ਯਾਦ ਰਹਿ ਜਾਊਗਾ ਵੂਮੈਨ, ਵੂਮੈਨ ਦੀ ਡੈਫੀਨੇਸ਼ਨ ਆ ਵੂ ਹੈ ਉਹ ਹੈ ਉਹ ਤੋਂ ਯਾਦ ਰੱਖ ਲਓ ਕਿ ਉਹ ਸੈਕਸ਼ਨ ਦੇ ਵਿੱਚ ਆ। ਇਸ ਤੋਂ ਬਾਅਦ ਉੱਪਰ ਵੇਜਿਸ ਯਾਦ ਰੱਖ ਲਓ ਕਿ ਡਬਲਯੂ ਹੈ ਤਾਂ ਉੱਪਰ ਵੀ ਡਬਲਯੂ ਤੋਂ ਆ ਵੇਜਿਸ ਯਾਦ ਰੱਖ ਲਓ, ਐ ਲਿੰਕ ਬਣਾ ਲਓ, ਰਾਈਟ। ਉਸ ਤੋਂ ਬਾਅਦ ਐਮ ਤੁਹਾਡੀ ਆ ਗਈ ਸਟੇਟ ਗਵਰਨਮੈਂਟ, ਸਟੇਟ ਗਵਰਨਮੈਂਟ ਦੀ ਡੈਫੀਨੇਸ਼ਨ ਆ। ਉਸ ਤੋਂ ਬਾਅਦ ਕੇ ਆ ਗਿਆ ਪਲਾਂਟੇਸ਼ਨ ਦੀ ਹੈਗੀ ਆ, ਆਈ ਦੇ ਵਿੱਚ ਮਾਈਨ ਦੀ ਆ, ਆਈ ਦੇ ਵਿੱਚ ਪ੍ਰਿਸਕ੍ਰਾਈਬਡ ਦੀ ਆ। ਸੋ ਬੇਸਿਕਲੀ ਆ ਭਾਵੇਂ ਇੰਪੋਰਟੈਂਟ ਮੈਨੂੰ ਨਹੀਂ ਲੱਗਦੀਆਂ ਬਟ ਸਟੇਟ ਗਵਰਨਮੈਂਟ ਦਾ ਪੁੱਛਿਆ ਜਾ ਸਕਦਾ, ਐਮ ਹੋ ਗਿਆ। ਐਨ ਵੇਜਿਸ ਆ, ਵੇਜਿਸ ਦੀ ਡੈਫੀਨੇਸ਼ਨ ਹੋ ਗਈ। ਉਹ ਵੂਮੈਨ ਦੀ ਡੈਫੀਨੇਸ਼ਨ ਹੋ ਗਈ। ਤੇ ਇਸੇ ਤਰੀਕੇ ਦੇ ਨਾਲ ਏ ਆ ਜਿਹੜੀ ਉਹ ਗਵਰਨਮੈਂਟ ਦੀ ਡੈਫੀਨੇਸ਼ਨ ਹੋ ਗਈ, ਐਪਰੋਪ੍ਰੀਏਟ ਗਵਰਨਮੈਂਟ ਦੀ ਡੈਫੀਨੇਸ਼ਨ ਹੋ ਗਈ। ਬੀ ਤੁਹਾਡਾ ਹੋ ਗਿਆ ਚਾਈਲਡ ਦੀ ਡੈਫੀਨੇਸ਼ਨ ਹੋ ਗਈ। ਸੀ ਆ ਜਿਹੜਾ ਤੁਹਾਡਾ ਉਹ ਹੋ ਗਿਆ ਤੁਹਾਡੀ ਡਿਲੀਵਰੀ ਦੀ ਡੈਫੀਨੇਸ਼ਨ ਹੋ ਗਈ। ਡੀ ਆ ਤੁਹਾਡੀ ਇੰਪਲਾਇਰ ਦੀ ਡੈਫੀਨੇਸ਼ਨ ਹੋ ਗਈ, ਇੰਪਲਾਇਰ ਦੀ ਡੈਫੀਨੇਸ਼ਨ ਹੋ ਗਈ, ਠੀਕ ਹੈ। ਤੇ ਈ ਤੁਹਾਨੂੰ ਆਪਾਂ ਕੁਐਸਚਨ ਦੇ ਵਿੱਚ ਕਰਾ ਹੀ ਦਿੱਤਾ ਐਸਟੈਬਲਿਸ਼ਮੈਂਟ ਦੀ, ਠੀਕ ਹੈ। ਐਫ ਵੀ ਹੋ ਗਿਆ, ਸੱਚ ਐਫ ਵੀ ਹੋ ਗਿਆ, ਐਫ ਹੋ ਗਿਆ ਤੁਹਾਡਾ ਫੈਕਟਰੀ ਦੀ, ਰਾਈਟ। ਤਾਂ ਇਹ ਚੀਜ਼ਾਂ ਯਾਦ ਕਰਨ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੇਰੇ ਹਿਸਾਬ ਦੇ ਨਾਲ, ਤੁਸੀਂ ਇਹਨਾਂ ਨੂੰ ਯਾਦ ਰੱਖੋਗੇ। ਜੀ ਦੇ ਵਿੱਚ ਇੰਸਪੈਕਟਰ ਦੀ ਹੈ, ਰਾਈਟ। ਸੋ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੈ, ਸਮਝ ਲੱਗੀ। ਸੋ ਆਹ ਕੁਐਸਚਨ ਹੁਣ ਯਾਦ ਰੱਖਣਾ ਕਿ ਜੇਕਰ ਪੁੱਛਿਆ ਜਾਵੇ ਕਿ ਮੈਟਰਨਿਟੀ ਬੈਨੀਫਿਟ ਐਕਟ 1961, ਹੁਣ ਦੇਖੋ ਇੱਥੇ ਬਹੁਤ ਸਾਰਾ ਰਿਸਕ ਨਾਲ ਖੇਡਣਾ ਪਊਗਾ। ਹੋ ਸਕਦਾ ਕਿਉਂਕਿ ਪੇਪਰਾਂ ਦਾ ਜਿਹੜਾ ਅੱਜ ਕੱਲ੍ਹ ਲੈਵਲ ਹੈ, ਤੁਹਾਨੂੰ ਪੜ੍ਹਨਾ ਹਰੇਕ ਚੀਜ਼ ਪੈਂਦੀ ਹੈ ਪਰ ਐਗਜ਼ਾਮੀਨਰ ਪੇਪਰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸੈੱਟ ਕਰਦੇ ਆ। ਆਪਾਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਯਾਰ ਐਵੇਂ ਇੰਨਾ ਮੱਥਾ ਮਾਰਿਆ, ਤੁਹਾਨੂੰ ਲੱਗ ਵੀ ਰਿਹਾ ਹੋ ਕਿ ਇੰਨਾ ਮੱਥਾ ਮਾਰਨਾ ਪਊਗਾ, ਰਾਈਟ ਆ। ਤਾਂ ਇਹ ਰਿਸਕ ਤੇ ਆ, ਪੜ੍ਹ ਲਓਗੇ ਹੋ ਸਕਦਾ ਪੇਪਰ ਦੇ ਵਿੱਚ ਇਹ ਆਵੇ ਐਂਡ ਤੁਹਾਡੇ ਵਾਸਤੇ ਬੈਨੀਫਿਟ ਹੀ ਹੋਊਗਾ। ਪੜ੍ਹਨਾ ਤਾਂ ਪਊਗਾ ਹੀ, ਹੁਣ ਤੱਕ ਤਾਂ ਚਲੋ ਇਹ ਮੰਨਿਆ ਕਿ ਜੋ ਪੜ੍ਹਿਆ ਉਹ ਆਇਆ, ਤਾਂ ਉਸ ਯਕੀਨ ਤੋਂ ਪੜ੍ਹ ਲਓ, ਠੀਕ ਹੈ। ਸਿੱਧੀ ਜੀ ਗੱਲ ਆ, ਨਹੀਂ ਮੈਂ ਵੀ ਤਾਂ ਮੱਥਾ ਕਿਉਂ ਮਾਰਾਂ, ਪੜ੍ਹਨਾ ਤਾਂ ਪਊਗਾ ਨਾ, ਪੜ੍ਹਾਉਣਾ ਵੀ ਪਊਗਾ ਪੜ੍ਹਨਾ ਵੀ ਪਊਗਾ, ਸੋ ਪੜ੍ਹ ਲਓ। ਇਸ ਤੋਂ ਬਾਅਦ ਕੁਐਸਚਨ ਆ ਗਿਆ, ਕਹਿੰਦਾ ਜੀ ਵਟ ਇਜ਼ ਦਾ, ਹੁਣ ਦੇਖੋ ਇੰਪਲਾਈਜ਼ ਕੰਪਨਸੇਸ਼ਨ ਐਕਟ 1923 ਆ, ਹੁਣ ਇਹਦੇ ਅਧੀਨ ਗੱਲ ਕਰ ਰਹੇ ਹਾਂ। ਹੁਣ ਆਪਾਂ ਮੈਟਰਨਿਟੀ ਬੈਨੀਫਿਟ ਐਕਟ ਦੀ ਗੱਲ ਕੀਤੀ ਆ, 2 ਕੁਐਸਚਨ ਉੱਥੋਂ ਪੜ੍ਹ ਲਏ, ਬਾਕੀ ਹੋਰ ਵੀ ਕੁਐਸਚਨ ਉਹਦੇ ਤੋਂ ਆਉਂਦੇ ਰਹਿਣਗੇ। ਹੁਣ ਇਹਦੇ ਬਾਰੇ ਪੜ੍ਹਦੇ ਆ, ਇੰਪਲਾਈਜ਼ ਕੰਪਨਸੇਸ਼ਨ ਐਕਟ 1930। ਹੁਣ ਐਵੇਂ ਹਰੇਕ ਨੂੰ ਜਿਹੜਾ ਹੈਗਾ ਐਕਸਪਲੇਨ ਕਰਨਾ ਤਾਂ ਔਖਾ ਹੀ ਹੈ, ਸਿੱਧੀ ਜੀ ਗੱਲ ਆ। ਆਪਾਂ ਕੁਐਸਚਨਾਂ ਨੂੰ ਧਿਆਨ ਦੇ ਨਾਲ ਪੜ੍ਹਨਾ, ਉਸ ਨੂੰ ਸਮਝਣਾ, ਘੱਟੋ ਘੱਟ ਆਪਾਂ ਉਹ ਤਾਂ ਕਰ ਲਈਏ, ਰਾਈਟ ਆ। ਕਹਿੰਦਾ ਜੀ ਦੱਸੋ ਵਟ ਇਜ਼ ਦਾ ਮਿਨੀਮਮ ਅਮਾਊਂਟ ਆਫ ਫਾਈਨ, ਮਿਨੀਮਮ ਅਮਾਊਂਟ ਫਾਈਨ ਦੀ ਕਾਹਦੇ ਵਾਸਤੇ ਇੰਪੋਜ਼ ਹੋਊਗਾ ਕਿਸੇ ਇੰਪਲਾਇਰ ਤੇ, ਕਿਉਂ? ਇਫ ਹੀ ਫੇਲਜ਼, ਕਾਹਦੇ ਵਾਸਤੇ? ਇੱਕ ਰਿਪੋਰਟ ਸੈਂਡ ਕਰਨ ਵਾਸਤੇ ਉਹ ਫੇਲ ਹੋ ਜੇ, ਇਫ ਵਿਚ ਹੀ ਇਜ਼ ਰਿਕੁਆਇਰਡ ਟੂ ਸੈਂਡ ਅੰਡਰ ਸੈਕਸ਼ਨ 10 ਦਾ ਬੀ। ਯਾਨੀ ਹੁਣ ਆਪਾਂ ਇੰਪਲਾਇਰ ਕੰਪਨਸੇਸ਼ਨ ਐਕਟ ਦੀ ਗੱਲ ਕਰ ਰਹੇ ਹਾਂ। ਇੰਪਲਾਇਰ ਕੰਪਨਸੇਸ਼ਨ ਐਕਟ ਦੇ ਅਧੀਨ ਇੱਕ ਸੈਕਸ਼ਨ 10 ਦਾ ਬੀ ਆਉਂਦਾ, ਰਾਈਟ। ਇਸ ਅਧੀਨ ਦੇ ਵਿੱਚ ਕੁਛ ਨਾ ਕੁਛ ਸ਼ਰਤਾਂ ਲਿਖੀਆਂ ਹੋਈਆਂ ਜਿਹਦੇ ਤਹਿਤ ਉਹਨੇ ਰਿਪੋਰਟ ਸੈਂਡ ਕਰਨੀ ਆ। ਐਂਡ ਮੰਨ ਲਓ ਉਹ ਰਿਪੋਰਟ ਸੈਂਡ ਕਰਨ ਦੇ ਵਿੱਚ ਮਾਰ ਖਾ ਗਿਆ, ਠੀਕ ਹੈ, ਮਾਰ ਖਾ ਗਿਆ, ਤਾਂ ਉਹਨੂੰ ਪੈਨਲਟੀ ਲੱਗੂਗੀ, ਫਾਈਨ ਲੱਗੂਗਾ। ਤੇ ਉਹ ਮਿਨੀਮਮ ਅਮਾਊਂਟ ਆਫ ਫਾਈਨ ਕਿੰਨਾ, ਮਿਨੀਮਮ ਅਮਾਊਂਟ ਆਫ ਫਾਈਨ ਕਿੰਨਾ, ਤਾਂ ਉਹ ਹੈਗਾ ਜੀ 50,000। ਇਹਨੂੰ ਸਿੰਪਲ ਭਾਸ਼ਾ ਦੇ ਵਿੱਚ ਸਮਝੋ ਕਿ ਫੋਰ ਐਗਜ਼ਾਮਪਲ ABC ਕੋਈ ਕੰਪਨੀ ਹੈ, ABC ਕੋਈ ਕੰਪਨੀ ਹੈ ਐਂਡ ਉਹ ਕੰਪਨੀ ਰਜਿਸਟਰਡ ਕੰਪਨੀ ਹੈ ਜਿਹੜੀ ਕਿ ਤੁਹਾਡੀ ਇੰਪਲਾਈਜ਼ ਕੰਪਨਸੇਸ਼ਨ ਐਕਟ ਦੇ ਅਧੀਨ ਆਉਂਦੀ ਹੈ, ਰਾਈਟ ਹੈ। ਯਾਨੀ ਕੰਪਨੀ ਦਾ ਕੋਈ ਇੰਪਲਾਇਰ ਹੈ, ਜੋ ਓਬਵੀਅਸਲੀ ਗੱਲ ਹੈ ਇੰਪਲਾਇਰ ਹੈ ਤਾਂ ਉਹ ਰਜਿਸਟਰਡ ਹੀ ਹੋਊਗਾ ਬੇਸਿਕਲੀ, ਇਹਦੇ ਤਹਿਤ ਉਹ ਰਜਿਸਟਰਡ ਹੈ, ਰਾਈਟ। ਐਂਡ ਸੈਕਸ਼ਨ 10B ਦੇ ਅਧੀਨ ਜਾਂ ਇਸ ਸੈਕਸ਼ਨ 10B ਦੇ ਵਿੱਚ ਜੋ ਲਿਖਿਆ ਉਹਨੂੰ ਵਾਇਲੇਟ ਕਰ ਗਿਆ, ਰਿਪੋਰਟ ਜੋ ਭੇਜਣੀ ਹੈ ਬੇਸਿਕਲੀ ਉਹ ਨਹੀਂ ਭੇਜ ਸਕਿਆ, ਐਂ ਸਮਝ ਲਓ, ਰਾਈਟ। ਜਦੋਂ ਭੇਜ ਨਹੀਂ ਸਕਿਆ ਤਾਂ ਉਹਦੇ ਤੇ ਪੈਨਲਟੀ ਲੱਗੂਗੀ ਐਂਡ ਉਹ ਮਿਨੀਮਮ ਅਮਾਊਂਟ ਆਫ ਫਾਈਨ ਕਿੰਨਾ ਗਾ 50,000। ਤੇ ਜੇ ਮੰਨ ਲਓ ਇੱਥੇ ਮਿਨੀਮਮ ਦੀ ਥਾਂ ਤੇ ਮੈਕਸਿਮਮ ਲਿਖਿਆ ਹੁੰਦਾ, ਮਿਨੀਮਮ ਦੀ ਥਾਂ ਤੇ ਮੈਕਸਿਮਮ ਲਿਖਿਆ ਹੁੰਦਾ ਤਾਂ ਮੈਕਸਿਮਮ ਕੀ ਹੁੰਦਾ 1 ਲੱਖ ਰੁਪਈਆ, ਤਾਂ ਮੈਕਸਿਮਮ ਹੁੰਦਾ 1 ਲੱਖ ਰੁਪਈਆ, ਮੈਕਸਿਮਮ 1 ਲੱਖ ਰੁਪਈਆ, ਮਿਨੀਮਮ 50,000। ਸਮਝ ਲੱਗੀ ਪਈ? ਸੋ ਇਹ ਚੀਜ਼ਾਂ ਬਹੁਤ ਟੈਕਨੀਕਲ ਹੈ ਬਟ ਇਹਨਾਂ ਨੂੰ ਇੰਨੀ ਆਸਾਨ ਭਾਸ਼ਾ ਦੇ ਵਿੱਚ ਪੜ੍ਹਾਉਣ ਵਾਸਤੇ ਵੀ ਮੱਥਾ ਮਾਰਨਾ ਪੈਂਦਾ, ਰਾਈਟ ਹੈ। ਸੋ ਬਸ ਤੁਸੀਂ ਇੰਨਾ ਜਿਹਨੂੰ ਪੜ੍ਹ ਕੇ ਜ਼ਰੂਰ ਜਾਣਾ। ਇਸ ਤੋਂ ਬਾਅਦ ਹੁਣ ਆਪਾਂ ਇੰਪਲਾਈਜ਼ ਕੰਪਨਸੇਸ਼ਨ ਐਕਟ ਦੀ ਹੀ ਗੱਲ ਕੀਤੀ ਹੈ। ਜੇਕਰ ਕੋਈ ਮੰਨ ਲਓ ਇੰਪਲਾਈ ਹੈ ਜਿਹਦਾ ਨਾਮ ਮੰਨ ਲਓ ABC ਹੈ, ਆਹ ਇੰਪਲਾਈ ਹੈ ਜਿਹਦਾ ABC ਹੈ, ਇਹ ਮੰਨ ਲਓ ਕਿਸੇ ਫੈਕਟਰੀ ਦੇ ਵਿੱਚ ਲੱਗਿਆ ਹੋਇਆ ਐਂਡ ਫੈਕਟਰੀ ਦੇ ਵਿੱਚ ਮੰਨ ਲਓ ਕੋਈ ਕੰਸਟਰਕਸ਼ਨ ਦਾ ਕੰਮ ਚੱਲਦਾ, ਕੰਸਟਰਕਸ਼ਨ ਦਾ ਕੰਮ ਚੱਲਦਾ ਤੇ ਮੰਨ ਲਓ ਇਹ ਕੰਮ ਕਰਦਾ ਕਰਦਾ ਕੋਈ ਪਰਮਾਨੈਂਟ ਡਿਸੇਬਿਲਿਟੀ ਹੋ ਜਾਂਦੀ ਆ, ਮੰਨ ਲਓ ਕਿ ਬਾਹਾਂ ਟੁੱਟ ਗਈਆਂ ਜਾਂ ਲੱਤਾਂ ਟੁੱਟ ਗਈਆਂ ਜਾਂ ਕੋਈ ਐਸੀ
एक्सीडेंट ऐसा हो गया कि दोबारा काम नहीं कर सकता, तो हम ओबवियसली गल है तो नुकसान हो गया, राइट है। तो इंप्लाइज कंपनसेशन एक्ट के अधीन इन्हू कंपनसेशन दी जाऊगी, यानी कि इफ अ परमानेंट टोटल डिसेबलमेंट रिजल्ट्स फ्रॉम एन इंजरी, कोई इंजरी हो जाए तो परमानेंट डिसेबलमेंट हो जाए, दैन वट इज द अमाउंट ऑफ कंपनसेशन, किन्नी उन्होंने अमाउंट दी जाऊगी अकॉर्डिंग टू द इंप्लाइज कंपनसेशन एक्ट 1923। क्वेश्चन देखने के बहुत सौखा, पर स्टैटिक पोर्शन याद करना पऊगा। 1,40,000 रुपया उन्होंने मिलूगा ही मिलूगा, बाकी डिपेंड करता वो तनख्वाह पर भी, क्योंकि तनख्वाह तो भी बहुत कुछ कट्टिया जाता, जो हेल्थ इंश्योरेंस वगैरह अजकल तो ऐड हो गई, राइट। बट मिनीमम अमाउंट चाहे तो 10,000 तनख्वाह, चाहे तो 11,000 तनख्वाह, चाहे तो लाख तनख्वाह, इन्ना तो तुम्हें मिलूगा ही मिलूगा। प्लस हो सकता घटदा नहीं, प्लस हो सकता घटदा नहीं, राइट। अच्छा प्लस किदे होगा, ओबवियसली गल है जे मान लो कोई इंप्लाई है जिहदी 10,000 तनख्वाह गई, हुण ओबवियसली गल है 10,000 का किन्ना गुणे बचा लिया होगा, किन्ने गुणा बचा लिया होगा जिहड़ा उन्होंने मिल जूगा, तो उन्होंने 1,40,000 तो मिलना ही मिलना, तो प्लस जो इत्थे होया वे वो मिल जूगा। 1,40,000 मिनीमम आ, जे हुण मान लो किसी की लाख तनख्वाह, तो वो कोले पहला ही शायद मे भी इन्ना ज़्यादा बचा रखा हो कि 1,40,000 वो सामने कुछ भी ना हो, पर फिर उन्होंने वो ज़्यादा मिल जूगा, राइट। तो उही गल है भी जे मान लो अमाउंट घटदी है वो, ठीक है, जो वह बचा होया अमाउंट घटदी है तो उन्होंने 1,40,000 तो मिलूगा ही मिलूगा, यानी मिनीमम मान लो भी 1,40,000 उन्होंने मिलना ही मिलना गा, राइट। जो बाकी बेनीफिट्स है जो भी जिथे भी वो काम करता वो अलग तौर पर है, राइट होगा। सो इंप्लाइज कंपनसेशन एक्ट 1923 के अधीन कंपनसेशन उन्होंने किन्ने अमाउंट की मिलती है, 1,40,000 की मिलती है जेकर परमानेंट डिसेबलमेंट हो जाती है, राइट हो गया। इस तो बाद आ गया जी कहता विच सैक्शन, किहड़े सैक्शन दे विच इंप्लाइज कंपनसेशन एक्ट 1923 के अधीन, जिवें आपां मैटरनिटी बेनीफिट एक्ट के अधीन डेफिनेशन पढ़ियां, उस तरीके दे नाल इंप्लाइज कंपनसेशन एक्ट के अधीन जिहड़ियां डेफिनेशनस आउंदियां वो सैक्शन दूसरे दे विच आउंदियां। सैक्शन दूसरे दे विच भी फिर गाहां ABCD हुण किन्ने क याद कर लूँगी, पर उत्थे जो इंपॉर्टेंट है वो आपां क्वेश्चनां दे रूप दे विच कर लांगे। तो उस दे अकॉर्डिंग माइनर की डेफिनेशन कित्थे आ, माइनर की डेफिनेशन कित्थे लिखी हुई आ, तो वह हैगी है जी 2FF दे विच, 2FF दे विच माइनर की डेफिनेशन है। एंड जो माइनर है उन्होंने डिफाइन किमें किया गया कि माइनर कौन होगा, जेड़ा बिलो द एज ऑफ 18, तो माइनर जेड़ा 18 साल तो घट होगा, जिन्हों आप नाबालग कह दें, 18 साल तो घट वाला माइनर। माइनर की डेफिनेशन अकॉर्डिंग टू द इंप्लाइज कंपनसेशन एक्ट 1923 सैक्शन दूसरे दा FF। इस तो बाद आ गया जी केड़ा सैक्शन है, विच सैक्शन ऑफ द चाइल्ड एंड एडोलसेंट लेबर। हुण आपां फंडामेंटल राइट दे विच पढ़दे हैं चाइल्ड लेबर बारे कि एक्सप्लोइटेशन होना नहीं चाहिए, राइट। तो बेसिकली एक्सप्लोइटेशन जो नहीं होना चाहिए वो बारे आप पढ़ते हैं, जिवें कि मान लो 24 आर्टिकल के पढ़ लिया। तो बेसिकली चाइल्ड लेबर एडोलसेंट लेबर एक एक्ट भी है, प्रोहिबिशन एंड रेगुलेशन एक्ट 1986। तो ये अधीन चाइल्ड की डेफिनेशन कितने है, हुण यह मैटरनिटी बेनीफिट एक्ट के अधीन नहीं पूछेगी। मैटरनिटी बेनीफिट एक्ट जेकर मान लो मैं इत्थे मैटरनिटी बेनीफिट एक्ट लिखदा तो पूछा कि चाइल्ड का दसो कित्थे है डेफिनेशन, तो तुसीं की कहोगे जी सैक्शन तीसरा, तो सैक्शन तीसरे दे विच B दे विच चाइल्ड की डेफिनेशन है। पर इन्होंने चाइल्ड एंड एडोलसेंट लेबर प्रोहिबिशन एंड रेगुलेशन एक्ट 1986 के अधीन पूछी आ कि चाइल्ड की डेफिनेशन कित्थे है, तो चाइल्ड की डेफिनेशन सैक्शन दूसरे दे दूसरे पार्ट दे विच आ, सैक्शन दूसरे दे दूसरे पार्ट दे विच आ। ये चीज़ां बहुत इंपॉर्टेंट बनदियां। तो जेकर अकॉर्डिंग टू मैटरनिटी बेनीफिट एक्ट पूछा जाता, अकॉर्डिंग टू मैटरनिटी बेनीफिट एक्ट, तो वह जोड़ा आ जाता तुहाडा तीसरे का B। इस तो बाद आ गया जी कहता वट इज द मैक्सिमम अमाउंट, कादी मैक्सिमम अमाउंट फाइन दी किन्नी लगूगी, इंपोज होगी किस ते, इन केस ऑफ वायलेशन ऑफ एनी ऑफ द प्रोविजन ऑफ द चाइल्ड एंड एडोलसेंट लेबर प्रोहिबिशन एंड रेगुलेशन एक्ट 1986, यानी चाइल्ड लेबर एक्ट 1986 के अधीन, चाइल्ड लेबर एक्ट 1986 के अधीन, चाइल्ड लेबर एक्ट 1986 के अधीन जेकर कोई वायलेट करूगा तो उन्होंने फाइन देना पऊगा। एंड वो मैक्सिमम अमाउंट ऑफ फाइन कितना, मैक्सिमम अमाउंट ऑफ फाइन कितना 50,000 रुपया, मैक्सिमम अमाउंट कितना 50,000 रुपया। तो जेकर मान लो मिनीमम पूछा जाए, मिनीमम पूछा जाए तो मिनीमम कितना गा 20,000 रुपया, यानी 20,000 तो लैके मैक्सिमम तुहाडा जिहड़ा बनदा गा वो बनदा गा 50,000 रुपया।
राइट। सो ये चीज़ां बहुत इंपॉर्टेंट है, याद रखनिया ने। तो वट इज़ द मैक्सिमम अमाउंट ऑफ फाइन इंपोज्ड इन केस ऑफ वायलेशन, तो 50,000 रुपया। इस तो बाद सौखा क्वेश्चन आ गया, विच आर्टिकल, केड़ा आर्टिकल है जो इंडियन कॉन्स्टिट्यूशन का प्रोवाइड करता फ्री एंड कंपलसरी एजुकेशन टू ऑल चिल्ड्रन बिटवीन द एजिज ऑफ 6 and 14, 6 तो लैके 14 साल तक। तो 86th अमेंडमेंट हुई सी, 86th अमेंडमेंट हुई सी ਜਿਹੜੀ कि 2002 ਦੇ ਵਿੱਚ ਹੋਈ ਸੀ, ਜਿਹਦੇ ਤਹਿਤ ਆਰਟੀਕਲ 21 ए ऐड किया गया, आर्टिकल 21 ए ऐड किया गया, ये याद रखना गा। तो सिमिलरली 21 ए दे की लिखा गया कि उन्होंने फ्री एंड कंपलसरी एजुकेशन दी जाए 6 तो लैके 14 साल की उम्र तक। तो सरकार की भी ड्यूटी लगाई गई, सरकार दी ड्यूटियां कित्थे आ, DPSP दे विच, डायरेक्टिव प्रिंसीपल ऑफ स्टेट पॉलिसी पार्ट 4 दे विच कित्थे आ, आर्टिकल 45 दे विच। आर्टिकल 45 दे विच कहा जाता भी सरकार की भी ड्यूटी बनती है कि जवाकां नूं फ्री एजुकेशन दी जाए, राइट है। तो फंडामेंटल ड्यूटी आर्टिकल 51 ए दे विच, आर्टिकल 51 ए दे विच भी फंडामेंटल ड्यूटी ऐड की गई कि लोगों की भी ड्यूटी बनती है कि अपने जवाकों को फ्री दे विच पढ़ाओ। देखो तीनों तरीके दे नाल, फंडामेंटल राइट सरकार की ड्यूटी लाती, सरकार की ड्यूटी का चलो आर्टिकल 15 के विच, यानी फंडामेंटल राइट तो मौलिक अधिकार तो देता कि तो बच्चे को फ्री पढ़ाया जाऊगा 6 तो लैके 14 तक। आर्टिकल 45 के विच सरकार की ड्यूटी लग गई कि सरकार को चाहिए कि वह प्रमोट करे इन्होंने चीज़ों कि बच्चे फ्री एजुकेशन लै सकन। फंडामेंटल ड्यूटी तुहाडी अपनी मापियां की ड्यूटी लाती कि तुसीं अपने जवाकों को आर्टिकल 51 ए दे तहत जवाकों को पढ़ा सकते हो, राइट। तो आर्टिकल 51 ए दे विच भी किन्नवीं ड्यूटी है, 11वीं ड्यूटी जिहड़ी कि बाद दे विच ऐड हुई है, क्योंकि फंडामेंटल ड्यूटी दे विच भी पहले 10 ड्यूटियां सी जिहड़ियां ओरिजिनली ऐड सीगियां, 11वीं ड्यूटी भी ऐड हुई है 86th अमेंडमेंट राही ऐड हुई है। तो कदों ऐड हुई है, 2002 दे विच ऐड हुई है, राइट। सो ये भाई सारी चीज़ें इंपॉर्टेंट बनती, याद रखना। सो आर्टिकल 21 ए आंसर आ जाऊगा। इस तो बाद आ गया भाई इन हाउ मैनी डेज, क्वेश्चन बहुत वधिया ध्यान दे नाल कहता, देखो इन हाउ मैनी डेज any person aggrieved by an order made under section 7, section 8, section 12 or section 14 of the Contract Labour Regulation and Abolition Act 1970 may prefer an appeal to an appellate officer। हुण की है कंट्रैक्ट, कंट्रैक्ट तुसीं लेबर देखिया होगा, कंट्रैक्ट लेबर, कंट्रैक्ट करदे आपां ठेका आधार ते ਜਾਂ एडहॉक बेसिस ਤੇ ਕੰਟਰੈਕਟ ਹੁੰਦਾ। ਬੇਸਿਕਲੀ ਕੰਟਰੈਕਟ ਦਾ ਮਤਲਬ ਉਹਦੇ ਵਿੱਚ ਕੰਪਲਸ਼ਨ ਹੁੰਦੀ ਹੈ ਕਿ ਤੁਸੀਂ ਉਸ ਕੰਟਰੈਕਟ ਨੂੰ ਛੱਡ ਨਹੀਂ ਸਕਦੇ, ਫਾਈਨ ਵਗੈਰਾ ਲੱਗੂਗਾ, ਪ੍ਰੋਪਰ ਸਾਰਾ ਕੁਝ ਹੋ ਸਕਦਾ ਹੈਗਾ। ਮੰਨ ਲਓ ਤੁਸੀਂ ਕਿਸੇ, ਓਬਵੀਅਸਲੀ ਗੱਲ ਹੈ, ਕਿਸੇ ਰਜਿਸਟਰਡ ਕੰਪਨੀ ਦੇ ਅਧੀਨ ਕੰਮ ਕਰ ਰਹੇ ਹੋ ਐਂਡ ਮੰਨ ਲਓ ਉਸ ਕੰਪਨੀ ਨੇ, ਮੰਨ ਲਓ ਕੋਈ ABC ਕੰਪਨੀ ਹੈ, ਮੰਨ ਲਓ ਉਸ ਰਜਿਸਟਰਡ ਕੰਪਨੀ ਨੇ ਕੁਝ ਐਸਾ ਨੋਟਿਸ ਕਰਤਾ, ਕੁਝ ਐਸਾ ਨੋਟਿਸ ਕਰਤਾ, ਮੈਂ ਬਹੁਤ ਸਿੰਪਲ ਭਾਸ਼ਾ ਦੇ ਵਿੱਚ ਸਮਝਾ ਰਿਹਾ, कुछ ऐसा नोटिस करता जिहदा तुहानूं नुकसान हो रहा है, जिहदा तुहानूं लॉस है, तुहानूं नुकसान है, तुहाडा कंट्रैक्ट हैगा, तुसीं छड्ड तां नौकरी छड्डदे नहीं, छड्ड तां नौकरी सकदे नहीं, राइट। पर उस नोटिस के मुताबिक तुहाडा लॉस हो रहा है, हुण कंट्रैक्ट हो रखा, तुसीं अपना लॉस भी नहीं कराउणा चाहुंदे, तां बेसिकली अकॉर्डिंग टू कंट्रैक्ट लेबर रेगूलेशन एक्ट एंड अबॉलिशन एक्ट 1970 के अधीन तुसीं अपील कर सकते हो एपीलेट ऑफिसर नूं। एपीलेट ऑफिसर जिहदे कोल तुसीं अपील करनी है कि भाई जी मैनूं ये लॉस कर रहा है, मैं ये काम कर नहीं सकता, जां एक तरीके नाल तुसीं उस दे अगेंस्ट बोलना। तां इन हाउ मैनी डेज, किन्ने दिन तुहाडे कोले एग्रीव्ड बाय एन ऑर्डर मेड अंडर सैक्शन 7, सैक्शन 8, सैक्शन 12 और सैक्शन 14, जो भी ऑर्डर है बेसिकली ਜਿਹੜੇ सैक्शन इन्हों पढ़ने की लोड़ नहीं, भी ऑर्डर कढ़िया गया एक सिंपल भाषा के अंडर द सैक्शन 7, 8, 12 एंड 14, राइट। ऑफ द कंट्रैक्ट लेबर रेगूलेशन एंड अबॉलिशन एक्ट 1970 में प्रैफर करूगा कि वह अपील कर सकता वो अगेंस्ट कि वह लॉस आ जी, तो वह किन्ने दिन वो कोले होणगे, किन्ने दिन होणगे, वो कोले होणगे जी 30 दिन। हुण इहनूं सिंपल भाषा दे विच समझाउणा, मॉन एग्जाम्पल आपां पढ़दे हां जी मनी बिल बारे, मनी बिल बारे पढ़दे हां ते आपां कहने जी मनी बिल इंट्रोड्यूस हुंदा गा सब तो पहलां लोक सभा दे विच, लोक सभा दे विच सब तो पहलां मनी बिल इंट्रोड्यूस हुंदा गा। तो मनी बिल दे विच कोई भी कमी है, कोई भी खामी है, कोई भी अमेंडमेंट है, कोई भी ये तहत यानी कि जो भी बहस करनी है लोक सभा दे विच बहस हो जाती है। मान लो मनी बिल है जिहड़ा पास हो गया, उस तो बाद जे कोई प्रॉब्लम लगती आ राज्य सभा नूं जे कोई प्रॉब्लम लगती आ तो राज्य सभा कोले किन्ने दिनां दा टाइम हुंदा गा,
14 ਦਿਨਾਂ ਦਾ ਟਾਈਮ ਹੁੰਦਾ ਤਾਂ ਰਾਜ ਸਭਾ 14 ਦਿਨਾਂ ਦੇ ਵਿੱਚ ਆਪਣੀ ਕੋਈ ਐਡਵਾਈਸ ਦੇ ਸਕਦੀ ਆ। ਉਸੇ ਤਰੀਕੇ ਦਾ ਲਗਭਗ ਸਮਝ ਸਕਦੇ ਹੋ ਕਿ ਬੇਸਿਕਲੀ ਜੇਕਰ ਕੋਈ ਨੋਟਿਸ ਐਸਾ ਨਿਕਲ ਗਿਆ ਜਿਹਦੇ ਨਾਲ ਤੁਹਾਡਾ ਲਾਸ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਹੈਗਾ ਤਾਂ ਇਨ ਹਾਊ ਮੈਨੀ ਡੇਜ਼ ਐਨੀ ਪਰਸਨ ਐਗਰੀਵਡ ਬਾਈ ਐਨ ਆਰਡਰ ਮੇਡ ਸੈਕਸ਼ਨ 8 12 7 12 14 ਰਾਈਟ ਤਾਂ ਕਿੰਨੇ ਦਿਨਾਂ ਦਾ ਭਾਈ 30 ਦਿਨਾਂ ਦਾ ਤੁਹਾਡੇ ਕੋਲ ਟਾਈਮ ਹੋਊਗਾ। 30 ਦਿਨਾਂ ਦੇ ਅੰਦਰ ਤੁਸੀਂ ਉਸ ਨੂੰ ਅਪੀਲ ਕਰ ਸਕਦੇ ਹੋ ਉਸ ਦੇ ਜੋ ਵੀ ਹੈ। ਸਮਝ ਰਹੇ ਹੋ ਨਾ? ਤਾਂ ਇੰਨੀ ਸਿੰਪਲ ਭਾਸ਼ਾ ਦੇ ਵਿੱਚ ਸਮਝ ਤੁਹਾਨੂੰ ਆਉਣਾ ਚਾਹੀਦਾ ਹੈ ਰਾਈਟ। ਇਸ ਤੋਂ ਬਾਅਦ ਆ ਗਿਆ ਜੀ ਵਟ ਇਜ਼ ਦਾ ਮੈਕਸਿਮਮ ਨੰਬਰ ਆਫ ਮੈਂਬਰਸ ਅਪੁਆਇੰਟਡ ਕਾਹਦੇ ਵਿੱਚ ਇਨ ਦਾ ਸੈਂਟਰਲ ਐਡਵਾਈਜ਼ਰੀ ਬੋਰਡ ਅੰਡਰ ਕੰਟਰੈਕਟ ਲੇਬਰ ਰੈਗੂਲੇਸ਼ਨ ਐਂਡ ਅਬੋਲਿਸ਼ਨ ਐਕਟ 1970। ਸਭ ਤੋਂ ਔਖਾ ਪੋਰਸ਼ਨ ਆਹੀ ਹੈ। ਹਾਲਾਂਕਿ ਟੀਚਰ ਬਹੁਤ ਔਖੇ ਹੋਣਗੇ ਇਹਦੇ ਵਿੱਚ ਪੜਾਉਂਦੇ ਬਟ ਉਹੀ ਗੱਲ ਆ ਵੀ ਮੱਥਾ ਮਾਰਨ ਵਾਲਾ ਤੇ ਇਹਦੇ ਵਿੱਚੋਂ ਫਿਰ ਵੀ ਕੁਛ ਨਾ ਕੁਛ ਕੱਢ ਕੇ ਲੈ ਜਾਊਗਾ। ਪਰ ਜਦੋਂ ਇਹ ਸਿਲੇਬਸ ਹੀ ਪਹਿਲੀ ਵਾਰ ਐਡ ਹੋਇਆ ਤਾਂ ਘੱਟੋ ਘੱਟ ਆਏ ਆ ਵੀ ਜਿੰਨਾ ਪੜਾਇਆ ਜਾ ਰਿਹਾ ਇੱਕ ਵਾਰੀ ਉਹ ਪੜ੍ਹ ਜਾਓ। ਕਿਸਮਤ ਹੈ, ਮੈਂ ਪਹਿਲੇ ਹੀ ਕਹਿ ਰਿਹਾ ਕਿ ਇਹ ਸੱਚੀ ਕਿਸਮਤ ਬੇਸਡ ਹੋਊਗਾ। ਕੁਐਸਚਨ ਇਹ ਵੀ ਹੋ ਸਕਦਾ ਕਿ ਵਧੀਆ ਕਲਾਸ ਕੁਐਸਚਨ ਆ ਜਾਣ ਜਿਵੇਂ ਵਧੀਆ ਲੈਵਲ ਹੁੰਦਾ। ਕਈ ਵਾਰੀ ਇਹੋ ਜਿਹੇ ਹੁੰਦੇ ਵੀ ਜਮਾਂ ਇਹੋ ਜਿਹੇ ਕੁਐਸਚਨ ਪਾਏ ਤੁਹਾਨੂੰ ਲੱਗੇ ਵੀ ਐਵੇਂ ਮੱਥਾ ਮਾਰੀ ਗਏ ਯਾਰ ਰਾਈਟ। ਤਾਂ ਚਲੋ ਖੈਰ ਤਾਂ ਮੈਕਸਿਮਮ ਨੰਬਰ ਆਫ ਮੈਂਬਰਸ ਕਿੰਨੇ ਅਪੁਆਇੰਟ ਹੁੰਦੇ ਆ ਇਨ ਦਾ ਸੈਂਟਰਲ ਐਡਵਾਈਜ਼ਰੀ ਬੋਰਡ ਅੰਡਰ ਕੰਟਰੈਕਟ ਲੇਬਰ ਰੈਗੂਲੇਸ਼ਨ ਐਂਡ ਅਬੋਲਿਸ਼ਨ ਐਕਟ 1970। ਤਾਂ ਇਹਦੇ ਤਹਿਤ ਕਿੰਨੇ ਮੈਂਬਰ ਆ ਜਿਹੜੇ ਅਪੁਆਇੰਟ ਕੀਤੇ ਜਾਂਦੇ ਆ? ਮੈਕਸਿਮਮ ਪੁੱਛਿਆ ਤਾਂ 17 ਯਾਨੀ ਮਿਨੀਮਮ ਜੇਕਰ ਪੁੱਛ ਲਿਆ ਜਾਵੇ ਹੁਣ ਦੇਖੋ ਕੁਐਸਚਨ ਤਾਂ ਬਹੁਤ ਬਣ ਸਕਦੇ ਆ। ਮਿਨੀਮਮ ਹੈਗੇ 11 ਮੈਕਸਿਮਮ ਹੈਗੇ 17 ਰਾਈਟ। ਮੈਕਸਿਮਮ ਹੈਗੇ ਆ 17। ਇਹ ਚੀਜ਼ਾਂ ਭਾਈ ਇੰਪੋਰਟੈਂਟ ਹੈ, ਸਮਝਾਉਣਾ ਆਪਣਾ ਫਰਜ਼ ਹੈ ਪਰ ਪ੍ਰੋਪਰ ਇਹੀ ਜੇਕਰ ਤੁਸੀਂ ਇਹਨਾਂ ਨੂੰ ਕਰ ਜਾਓਗੇ ਵਾਰ-ਵਾਰ ਰਿਵੀਜ਼ਨ ਕਰ ਜਾਓਗੇ ਤਾਂ ਜ਼ਿਆਦਾ ਵਧੀਆ ਗਾ। ਬਾਕੀ ਥਿਓਰੈਟੀਕਲ ਪੋਰਸ਼ਨ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਵਾਰ-ਵਾਰ ਕਹਿੰਦਾ ਜਿਵੇਂ MSMA ਬਾਰੇ ਪੜ੍ਹਿਆਗਾ ਤਾਂ ਪੂਰੀ ਡਿਟੇਲ ਦੇ ਵਿੱਚ ਪੜ੍ਹਾ ਰੱਖਿਆ ਹੋਗਾ ਵੀ ਕੀ ਉਹਦੀਆਂ ਕਿੰਨੇ ਉਹਦੇ ਬੈਨੀਫਿਟ ਆ, ਕੀ ਉਹਦੀਆਂ ਗੱਲਾਂ ਬਾਤਾਂ, ਕਿੱਥੋਂ ਤੱਕ ਸਰਕਾਰ ਸਕੀਮਸ ਚਲਾ ਰਹੀ ਹੈ, ਡਿਵੈਲਪਮੈਂਟ ਸਕੀਮ ਚਲਾ ਰਹੀ ਹੈ, ਉਹ ਸਾਰੀਆਂ ਆਪਾਂ ਚੀਜ਼ਾਂ ਪੜ੍ਹੀਆਂ ਉੱਥੋਂ ਕੁਐਸਚਨ ਬਣ ਸਕਦੇ ਆ ਰਾਈਟ ਆ। ਸੋ ਬਾਕੀ ਆਹ ਕੁਐਸਚਨ ਆਪਾਂ ਡੇਲੀ ਕਰੀ ਜਾਵਾਂਗੇ। ਤੁਹਾਨੂੰ ਮੈਂ ਫੇਰ ਕਹਿ ਰਿਹਾ ਹਾਂਗਾ ਕਿ ਕੁਐਸਚਨ ਜ਼ਰੂਰ ਕਰਨੇ ਆ ਰਾਈਟ। ਚਲੋ ਫੁੱਲ ਫਾਰਮ ਆਫ ਚੈਂਪੀਅਨ ਦੀ ਫੁੱਲ ਫਾਰਮ ਕੀ ਆ? ਚੈਂਪੀਅਨ ਇੱਕ ਪੋਰਟਲ ਹੈ MSME ਦੇ ਅੰਦਰ। ਜਦੋਂ ਆਪਾਂ ਪੜ੍ਹਦੇ ਹਾਂ ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਈਜ਼ਸ ਦੇ ਤਹਿਤ ਪੜ੍ਹਦੇ ਹਾਂ ਤਾਂ ਇੱਕ ਚੈਂਪੀਅਨ ਪੋਰਟਲ ਹੈ। ਚੈਂਪੀਅਨ ਪੋਰਟਲ ਕੀ ਹੈ? ਚੈਂਪੀਅਨ ਪੋਰਟਲ ਦੇ ਤਹਿਤ ਪਹਿਲੀ ਗੱਲ ਤਾਂ ਚੈਂਪੀਅਨ ਦੀ ਫੁੱਲ ਫਾਰਮ ਪੜ੍ਹ ਲਓ, ਮੈਂ ਪੜ੍ਹਾਈ ਦਿੰਦਾ ਰਾਈਟ। ਚੈਂਪੀਅਨ ਦੀ ਫੁੱਲ ਫਾਰਮ ਕੀ ਆ? creation and harmonious application of modern process for increasing output and national strength। ਹੁਣ ਬੇਸਿਕਲੀ ਚੈਂਪੀਅਨ ਪੋਰਟਲ ਪੜ੍ਹ ਲਓ ਇੱਕ ਵਾਰੀ, ਮੈਂ ਪੜ੍ਹਾਇਆ ਹੋਇਆ ਹੈ ਬੇਸਿਕਲੀ। ਤਾਂ ਬੇਸਿਕਲੀ ਹੱਬ ਐਂਡ ਸਪੋਕ ਮਾਡਲ ਹੈ, ਯਾਨੀ ਤੁਸੀਂ ਇਹ ਮੰਨੋ ਕਿ ਜਿਹੜੀਆਂ ਛੋਟੀਆਂ ਇੰਡਸਟਰੀਜ਼ ਆ ਉਹ ਕਿਸ ਤਰੀਕੇ ਨਾਲ ਕੰਮ ਕਰਨ, ਉਹਨਾਂ ਨੂੰ ਕਿਸ ਤਰੀਕੇ ਨਾਲ ਅੱਗੇ ਲਿਆਇਆ ਜਾਵੇ। ਜੋ ਸਟ੍ਰੈਸਡ ਹੈ ਬੇਸਿਕਲੀ ਉਹਨਾਂ ਨੂੰ ਕਿਵੇਂ ਅੱਗੇ ਲਿਆਇਆ ਜਾਵੇ ਉਹਦੇ ਵਾਸਤੇ ਸਰਕਾਰ ਆ ਜਿਹੜੀ ਚੈਂਪੀਅਨ ਪੋਰਟਲ ਲਾਂਚ ਕੀਤਾ ਹੋਇਆ ਸਰਕਾਰ ਨੇ। ਕੀ ਆਪਣਾ ਕਿ ਕ੍ਰੀਏਸ਼ਨ ਐਂਡ ਹਾਰਮੋਨੀਅਸ ਐਪਲੀਕੇਸ਼ਨ ਆਫ ਮਾਡਰਨ ਪ੍ਰੋਸੈਸਿਸ ਫॉर ਇਨਕਰੀਜ਼ਿੰਗ ਦਾ ਆਊਟਪੁੱਟ ਐਂਡ ਨੈਸ਼ਨਲ ਸਟਰੈਂਥ। ਇਨਕਰੀਜ਼ਿੰਗ ਦਾ ਆਊਟਪੁੱਟ ਨੂੰ ਇਨਕਰੀਜ਼ ਕਰਨ ਵਾਸਤੇ, ਨੈਸ਼ਨਲ ਸਟਰੈਂਥ ਬਣਾਉਣ ਵਾਸਤੇ ਚੈਂਪੀਅਨ ਪੋਰਟਲ ਆ ਜਿਹੜਾ ਲਾਂਚ ਕੀਤਾ ਗਿਆ ਆਨਰੇਬਲ ਪ੍ਰਾਈਮ ਮਿਨਿਸਟਰ 1 ਜੂਨ 2020 ਨੂੰ ਇਹ ਪੋਰਟਲ ਲਾਂਚ ਕੀਤਾ ਗਿਆ। ਐਂਡ ਇਹ ਜਿਹੜਾ ਪੋਰਟਲ ਲਾਂਚ ਕੀਤਾ ਗਿਆ ਇਹ ਇੱਕ ਹੱਬ ਐਂਡ ਸਪੋਕ ਮਾਡਲ ਦੇ ਅਧੀਨ ਕੀਤਾ ਗਿਆ, ਯਾਨੀ ਕੰਟਰੋਲ ਰੂਮ ਬਣਾਏ ਗਏ ਆ। ਜਿਵੇਂ ਆਪਾਂ ਫੋਰ ਐਗਜ਼ਾਮਪਲ ਗੱਲ ਕਰ ਲਈਏ ਕਿ ਆਪਾਂ ਕਹਿੰਦੇ ਵੀ ਸਰਕਾਰ ਨੇ ਡਿਊਟੀਆਂ ਲਾਤੀਆਂ ਲੋਕਲ ਲੈਵਲ ਤੇ ਆਪਣੀਆਂ ਉਹ ਬਣਾਤੀਆਂ ਗਰੁੱਪ ਬਣਾਤੇ ਵੀ ਤੁਸੀਂ ਲੋਕਲ ਲੈਵਲ ਤੇ ਪਿੰਡਾਂ ਨੂੰ ਦੇਖਣਾ ਵੀ ਕਿੱਥੇ ਕੀ ਆ ਕਮੀਆਂ, ਉਹਨਾਂ ਨੂੰ ਕਮੀਆਂ ਨੂੰ ਦੂਰ ਕਰਨਾ। ਉਸੇ ਤਰੀਕੇ ਦੇ ਨਾਲ ਜਿਹੜੀਆਂ ਛੋਟੀਆਂ ਇੰਡਸਟਰੀਆਂ ਕਿੱਥੇ ਕੀ ਕਮੀ ਆ, ਸਰਕਾਰ ਨੇ ਚੈਂਪੀਅਨ ਪੋਰਟਲ ਲਾਂਚ ਕਰਤਾ ਐਂਡ ਹੱਬ ਐਂਡ ਸਪੋਕ ਮਾਡਲ ਦਾ ਕੀ ਆ? ਆਹ ਤੁਹਾਡਾ ਹੱਬ ਐਂਡ ਸਪੋਕ ਮਾਡਲ ਯਾਨੀ ਸੈਂਟਰ ਤੇ ਤੁਹਾਡੀ ਸਰਕਾਰ ਆ। ਇਸ ਤਰੀਕੇ ਦੇ ਨਾਲ ਉਹਨੇ ਸਟੇਟਾਂ ਦੇ ਵਿੱਚ ਆਪਣੇ ਪੂਰੇ ਇੰਡੀਆ ਦੇ ਵਿੱਚ ਉਹਨੇ ਕੰਟਰੋਲ ਰੂਮ ਬਣਾਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ 2 ਆ ਰਾਈਟ। ਇਸੇ ਤਰੀਕੇ ਦੇ ਨਾਲ ਇਹਦਾ ਜਿਹੜਾ ਸੈਂਟਰ ਹੈ ਉਹ ਸੈਂਟਰਲ ਕੰਟਰੋਲ ਰੂਮ ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਆ ਤੇ ਸਟੇਟ ਲੈਵਲ ਤੇ ਜੋ ਬਣਾਏ ਗਏ ਉਹ 68 ਸਟੇਟ ਲੈਵਲ ਕੰਟਰੋਲ ਰੂਮ ਬਣਾਏ ਗਏ ਆ। 68 ਸਟੇਟ ਲੈਵਲ ਕੰਟਰੋਲ ਰੂਮ ਬਣਾਏ ਗਏ ਆਰ ਕ੍ਰੀਏਟਡ ਵਿਚ ਹੈਵ ਬੀਨ ਪ੍ਰੋਵਾਈਡਿੰਗ ਐਵਰੀ ਪੋਸੀਬਲ ਸਪੋਰਟ। ਛੋਟੀ ਤੋਂ ਛੋਟੀ ਇੰਡਸਟਰੀ ਦੀ ਜੋ ਪ੍ਰੋਬਲਮ ਹੈ ਉਹ ਸਟੇਟ ਲੈਵਲ ਤੇ ਜੋ ਬਣਾਏ ਗਏ ਉਹ ਪੂਰੀਆਂ ਕਰਨਗੇ ਪ੍ਰੋਵਾਈਡ ਕਰਨਗੇ ਹਰੇਕ ਪੋਸੀਬਲ ਸਪੋਰਟ ਟੂ ਦਾ MSME ਇਨ ਦਾ ਏਰੀਆਜ਼ ਇਨਕਲੂਡਿੰਗ ਫਾਈਨਾਂਸ ਦੇ ਨਾਲ ਰਿਲੇਟਡ ਹੈ, ਮਾਰਕੀਟਿੰਗ ਦੇ ਨਾਲ ਰਿਲੇਟਡ ਹੈ, ਟੈਕਨੋਲੋਜੀ ਦੇ ਨਾਲ ਅਪਗ੍ਰੇਡੇਸ਼ਨ। ਕੋਈ ਵੀ ਸਰਕਾਰ ਸਕੀਮ ਲੈ ਕੇ ਆਉਂਦੀ ਉਹਨਾਂ ਸਕੀਮਾਂ ਨੂੰ ਪਹੁੰਚਾਉਣਾ
ਉਹਨਾਂ ਤੱਕ, ਤਾਂ ਉਹ ਸਾਰਾ ਕੁਝ ਇਹ ਕਰਦੀ ਹੈ। ਇਸੇ ਨੂੰ ਕਹਿੰਦੇ ਆ ਚੈਂਪੀਅਨਸ ਪੋਰਟਲ। ਤਾਂ ਚੈਂਪੀਅਨ ਦੀ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ, ਜਿਹੜਾ ਮੈਂ ਕੁਐਸਚਨ ਬਣਾਇਆ ਹੋਇਆ। ਕੁਐਸਚਨ ਹੋਰ ਕੀ ਪੁੱਛਿਆ ਜਾ ਸਕਦਾ ਕਿ ਚੈਂਪੀਅਨ ਪੋਰਟਲਸ ਵਰਕ ਕਾਸ ਤੇ ਕਰਦਾ, ਕਿਹੜੇ ਮਾਡਲ ਤੇ ਵਰਕ ਕਰਦਾ ਗਾ? ਤਾਂ ਹਬ ਐਂਡ ਸਪੋਕ ਮਾਡਲ, ਰਾਈਟ, ਹਬ ਐਂਡ ਸਪੋਕ ਮਾਡਲ। ਤੇ ਜੇਕਰ ਪੁੱਛਿਆ ਜਾਵੇ ਕਿ ਸਪੋਕਸ ਹੈ ਕਿੰਨੀ ਆ, ਇਹ 68 ਹੈ। 68 ਸਪੋਕਸ ਦਾ ਮਤਲਬ ਸਟੇਟ ਲੈਵਲ ਤੇ ਹੈ। ਜਿਵੇਂ ਆਪਾਂ ਝੰਡੇ ਤੇ ਪੜ੍ਹਦੇ ਹਾਂ ਕਿ 24 ਸਪੋਕਸ ਹੈ, 24 ਸਪੋਕਸ ਹੀ ਪੜ੍ਹਦੇ ਹਾਂ ਆਪਾਂ, ਉਸੇ ਤਰੀਕੇ ਦੇ ਨਾਲ ਰੀਪ੍ਰੈਜ਼ੈਂਟ ਕਰਦੇ 68 ਸਟੇਟ। ਹੱਬ ਤਾਂ ਸੈਂਟਰ ਹੋ ਗਿਆ ਨਾ, ਹੱਬ ਤਾਂ ਸੈਂਟਰ ਹੋ ਗਿਆ ਜਿਹੜਾ ਕਿ ਨਿਊ ਦਿੱਲੀ ਦੇ ਵਿੱਚ ਆ, ਰਾਈਟ। ਜਿਵੇਂ ਕਿਹਾ ਕੁਐਸਚਨ ਪੁੱਛਿਆ ਗਿਆ ਕਿ ਕੰਟਰੋਲ ਰੂਮ ਹੱਬ ਫॉर ਚੈਂਪੀਅਨ ਪੋਰਟਲ ਲੋਕੇਟਡ ਐਟ ਕਿੱਥੇ? ਦਿੱਲੀ ਦੇ ਵਿੱਚ ਆ। ਇਸੇ ਤਰੀਕੇ ਨਾਲ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਕਿ ਹਾਊ ਮੈਨੀ ਸਟੇਟ ਲੈਵਲ ਕੰਟਰੋਲ ਰੂਮ ਕ੍ਰੀਏਟਡ ਔਨ ਲੋਕਲ ਲੈਵਲ ਟੂ ਸਪੋਰਟ MSME ਅਕੋਰਡਿੰਗ ਟੂ ਦ ਐਨੂਅਲ ਰਿਪੋਰਟ 2021। ਤਾਂ 68 ਲੈਵਲ ਦੇ ਇਹ ਹੈਗੇ ਆ, ਜਿਹੜੀ ਕਿ ਲੇਟੈਸਟ ਰਿਪੋਰਟ ਆ। ਕੁਐਸਚਨ ਆ ਵੀ ਆ ਸਕਦਾ ਹੈਗਾ ਕਿ ਅਕੋਰਡਿੰਗ ਟੂ ਦ ਐਨੂਅਲ ਰਿਪੋਰਟ 2021 ਹਾਊ ਮੈਨੀ ਰੁਪੀਜ਼ ਹੈਵ ਬੀਨ ਸੈਟ ਅਸਾਈਡ ਫॉर ਸਬਆਰਡੀਨੇਟ ਡੈਟ ਫॉर ਸਟ੍ਰੈਸਡ MSME। ਸਟ੍ਰੈਸਡ MSME ਦਾ ਮਤਲਬ ਕੀ ਹੈ? ਜਿਹੜੀਆਂ ਛੋਟੀਆਂ ਇੰਡਸਟਰੀਆਂ ਸਟ੍ਰੈਸਡ ਹੋ ਚੁੱਕੀਆਂ, ਯਾਨੀ ਕਿ ਇੱਕ ਤਰੀਕੇ ਦੇ ਨਾਲ ਉਹ ਬਿਲਕੁਲ ਡਾਊਨਫਾਲ ਦੇ ਵਿੱਚ ਚਲੀਆਂ ਗਈਆਂ, ਤਾਂ ਉਹਨਾਂ ਨੂੰ ਦੁਬਾਰਾ ਤੋਂ ਖੜਾ ਕਰਨ ਵਾਸਤੇ, ਦੁਬਾਰਾ ਤੋਂ ਪ੍ਰਮੋਟ ਕਰਨ ਵਾਸਤੇ ਸਰਕਾਰ ਦੁਆਰਾ ਹਾਊ ਮੈਨੀ ਰੁਪੀਜ਼ ਹੈਵ ਬੀਨ ਸੈਟ ਅਸਾਈਡ ਫॉर ਸਬਆਰਡੀਨੇਟ, ਉਹਨਾਂ ਨੂੰ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਵੀ ਦੁਬਾਰਾ ਤੋਂ ਖੜਾ ਕਰਨ ਵਾਸਤੇ ਜਿਹੜਾ ਹੈਗਾ ਸਬਆਰਡੀਨੇਟ ਡੈਟ ਵਾਸਤੇ, ਸਟ੍ਰੈਸਡ MSME ਵਾਸਤੇ ਸਰਕਾਰ ਨੇ ਕਿੰਨਾ ਪੈਸਾ ਜਿਹੜਾ ਹੈਗਾ ਅਨਾਉਂਸ ਕੀਤਾ ਅਕੋਰਡਿੰਗ ਟੂ ਦ ਐਨੂਅਲ ਰਿਪੋਰਟ 2021? ਤਾਂ 20,000 ਕਰੋੜ ਰੁਪਈਆ। ਇਹ ਹੁਣ ਸਾਰਾ ਕੁਝ ਪੜ੍ਹਾ ਰੱਖਿਆ, ਪਰ ਉਹੀ ਗੱਲ ਹੈ ਜੇਕਰ ਤੁਸੀਂ ਸੀਕੁਐਂਸ ਦੇ ਵਿੱਚ ਪੜ੍ਹਿਆ ਹੋਊਗਾ ਤਾਂ ਇਹ ਕੁਐਸਚਨਾਂ ਨੂੰ ਕਰਨ ਦੇ ਵਿੱਚ ਥੋੜਾ ਬਹੁਤਾ ਤੁਸੀਂ ਕਾਮਯਾਬ ਹੋ ਸਕਦੇ ਹੋ। ਰੁਪੀਜ਼ 20,000 ਕਰੋੜ ਰੁਪਈਆ ਹੋ ਗਿਆ, ਰਾਈਟ। ਇਸ ਤੋਂ ਬਾਅਦ ਆਹ ਕੁਐਸਚਨ ਤਾਂ ਹੋ ਹੀ ਗਿਆ 68 ਲੈਵਲ ਤੇ, ਰਾਈਟ। ਸੋ ਇਹ ਕੁਐਸਚਨ ਸਾਰੇ ਹੋ ਗਏ। ਮੈਂ ਫੇਰ ਕਹਿ ਰਿਹਾ ਹਾਂਗਾ ਕਿ ਇਹ ਛੋਟਾ ਸੈਸ਼ਨ ਹੈ, ਮੈਂ ਮੈਗਾ ਸੈਸ਼ਨ ਵੀ ਲੈ ਕੇ ਆਉਂਗਾ, ਪਰ ਉਹੀ ਗੱਲ ਆ ਵੀ ਇਹ ਮੈਨੂੰ ਲੱਗਦਾ ਵੀ ਮੈਗਾ ਸੈਸ਼ਨ ਦੇ ਵਿੱਚ ਸ਼ਾਇਦ ਇੰਨਾ ਜ਼ਿਆਦਾ ਸਮਝ ਨਾ ਲੱਗੇ, ਛੋਟੀ ਛੋਟੀ ਵੀਡੀਓ ਕਰਕੇ ਤਾਂ ਭਾਵੇਂ ਸਮਝ ਲੱਗ ਜੇ। ਕੁਐਸਚਨ ਆਪਾਂ ਬਹੁਤ ਕਰਾਂਗੇ, ਮੈਂ ਪਹਿਲਾਂ ਹੀ ਕਹਿ ਰਿਹਾ, ਜਿੰਨੀ ਮੇਰੀ ਲਾਭ ਆ, ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਕਰਦੇ ਹੋ ਕਿ ਸਰ ਆਹ ਕਰਾ ਦਿਓ ਜੀ, ਉਹ ਕਰਾ ਦਿਓ ਜੀ, ਫਲਾਨਾ ਕਰਾ ਦਿਓ ਜੀ, ਧਿਉਂਕਾ ਕਰਾ ਦਿਓ, ਤਾਂ ਬਸ ਉਹ ਚੀਜ਼ਾਂ ਕੀ ਹੋ ਜਾਂਦਾ ਹੈਗਾ ਕਿਉਂਕਿ ਇੱਕੋ ਪਰਸਨ ਤੇ ਇੰਨਾ ਜ਼ਿਆਦਾ ਜਦੋਂ ਟੈਨਸ਼ਨ ਪੈਂਦੀ ਹੈ। ਹੁਣ ਈਵਨ ਕਿ ਤੁਸੀਂ ਮੈਥ ਕਹਿ ਦੇਣਾ ਕਿ ਮੈਥ ਵੀ ਮੈਂ ਕਰਾ ਦਾਂ, ਰੀਜ਼ਨਿੰਗ ਵੀ ਮੈਂ ਕਰਾ ਦਾਂ, ਇੰਗਲਿਸ਼, ਕੰਪਿਊਟਰ ਜਾਂ ਬਾਕੀ ਜਿਹੜਾ ਪੋਰਸ਼ਨ ਆ ਮੇਰੇ ਬਸ ਦੀ ਜੋ ਯਾਨੀ ਕਿ ਹੈ ਨਹੀਂ। ਜੀਕੇ ਵਾਲਾ ਪੋਰਸ਼ਨ ਮੈਂ ਜ਼ਰੂਰ ਕਰਾ ਸਕਦਾਗਾ, ਚਲੋ ਨਾਲ ਉਹਦੇ ਮੈਂ ਮੈਥ ਕਰਾਉਣ ਲੱਗ ਗਿਆ, ਪਰ ਹਰ ਚੀਜ਼ ਇੱਕ ਟੀਚਰ ਪੋਸੀਬਲ ਨਹੀਂ ਕਰਾ ਸਕਦਾ। ਐਂਡ ਮੈਂ ਜਿਹੜੀ ਕੋਸ਼ਿਸ਼ ਕਰਦਾ ਕਿ ਜੋ ਕਰਵਾਊਂਗਾ ਉਹ ਪੱਕਾ ਕਰਵਾਊਂਗਾ ਤੇ ਜੋ ਨਹੀਂ ਕਰਵਾਊਂਗਾ ਉਹ ਨਹੀਂ ਕਰਵਾਊਂਗਾ। ਤਾਂ ਇਹੀ ਚੀਜ਼ ਹੈ, ਇਹ ਆਪਣੇ ਏਰੀਆ ਦੇ ਅੰਡਰ ਹੈ, ਇਹ ਮੈਂ ਕਰਵਾ ਸਕਦਾਗਾ, ਪਰ ਉਹੀ ਗੱਲ ਹੈ ਵੀ ਥੋੜਾ ਜਿਹਾ ਟਾਈਮ ਦਿਓ, ਕਿਉਂਕਿ ਪਹਿਲੀ ਗੱਲ ਤਾਂ ਫੈਮਿਲੀ ਦੇ ਵਿੱਚ ਪ੍ਰੋਬਲਮ ਆ ਗਈ, ਤੁਹਾਨੂੰ ਮੈਂ ਦੱਸਿਆ ਹੀ ਆ, ਠੀਕ ਹੈ। ਤਾਂ ਉਹ ਪਿਛਲੇ 7 ਦਿਨਾਂ ਤੋਂ ਮੈਂ ਇੰਨਾ ਜ਼ਿਆਦਾ ਅਪਸੈਟ ਸੀਗਾ ਕਿ ਬਹੁਤ ਸਾਰਾ ਕੰਮ ਪੈਂਡਿੰਗ ਪਿਆ ਸੀ। ਫਿਰ ਵਾਰ-ਵਾਰ ਉਹ ਮੈਨੂੰ ਵੀ ਬੁਰਾ ਲੱਗਦਾ ਕਿ ਮੈਂ ਬੱਚਿਆਂ ਨੂੰ ਕਿਵੇਂ ਸਮਝਾਵਾਂ। ਮੈਨੂੰ ਪਤਾ ਕਿ ਪੇਪਰ ਤੁਹਾਡਾ ਜਦੋਂ ਆਊਗਾ, ਪੇਪਰ ਤੋਂ ਪਹਿਲਾਂ ਆਪਣਾ ਸਿਲੇਬਸ ਕਵਰ ਹੋਊਗਾ, ਗੱਲ ਇੰਨੀ ਆ ਬਸ, ਠੀਕ ਹੈ। ਸੋ ਥੈਂਕ ਯੂ ਵੈਰੀ ਮਚ, ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਇਸੇ ਤਰ੍ਹਾਂ ਪੜ੍ਹਦੇ ਰਹੋ ਤੇ ਆਪਾਂ ਹੋਰ ਨਵੀਂ ਵੀਡੀਓ ਨਾਲ ਮਿਲਦੇ ਰਹਾਂਗੇ। ਬਾਏ ਬਾਏ, ਟੇਕ ਕੇਅਰ।